Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਦੋਸਤੋ, ਅੰਬਰਾਂ ਦੇ ਸਰਨਾਵੇ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ। ਅੱਜ ਸਾਡੇ ਨਾਲ ਪੰਜਾਬੀ ਦੇ ਸਿਰਮੌਰ ਗਜ਼ਲਕਾਰ ਗੁਰਤੇਜ ਕੁਹਾਰਾਵਾਲਾ ਜੀ ਸਾਡੇ ਕੋਲ ਹਾਜ਼ਰ ਨੇ। ਗੁਰਤੇਜ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਗੁਰਤੇਜ ਜੀ, ਇਹ ਤੁਹਾਡਾ ਸ਼ੇਅਰ ਹੈ। ਤੁਹਾਡੇ ਸ਼ੇਅਰ ਨਾਲ ਹੀ ਆਪਾਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਮੈਂ ਵੇਦਾਂ, ਉਪਨਿਸ਼ਦਾਂ, ਗ੍ਰੰਥਾਂ ਦੇ ਹਵਾਲਾ ਦੇ ਕੇ ਗੱਲ ਕਰਨੀ ਚਾਹਾਂਗਾ ਕਿ ਉਹਨਾਂ ਲੋਕਾਂ ਨੂੰ ਚਰਕ ਦੇ ਨਾਮ ਨਾਲ ਜਾਣਿਆ ਜਾਂਦਾ, ਜਿਹੜੇ ਚਰਕ ਜਾਤੀ ਦੇ ਨਾਲ ਜਾਣਿਆ ਜਾਂਦਾ, ਜਿਹੜੇ ਲੋਕ ਗਿਆਨ ਵੰਡਦੇ ਆ, ਇਲਮ ਸਾਰੀ ਉਮਰ ਹਾਸਲ ਕਰਦੇ ਆ, ਤੇ ਉਹਨਾਂ ਦਾ ਘਰ ਮੁਹੱਬਤ ਦੀ ਨਗਰੀ ਵਿੱਚ ਹੁੰਦਾ। ਚਰਕ ਜਾਤੀ ਵਾਲੇ ਲੋਕ ਫਿਰਦੇ ਰਹਿੰਦੇ ਆ, ਲੋਕ ਉਹਨਾਂ ਨੂੰ ਮੁਹੱਬਤ ਕਰਦੇ ਆ, ਇਲਮ ਹਾਸਲ ਕਰਦੇ ਆ, ਚਾਨਣ ਵੰਡਦੇ ਆ, ਤੇ ਕਿਤੇ ਕਿਤੇ ਉਹਨਾਂ ਨੂੰ ਕਿਤੇ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ। ਕੋਈ ਆਪਣੇ ਮੱਥੇ ਦੀ ਪਹਿਲੀ ਤਿਉੜੀ ਦਾ ਜ਼ਿਕਰ ਕਰੋ। ਮੇਰਾ ਖਿਆਲ ਕੋਈ 16-17 ਸਾਲ ਦੀ ਉਮਰ 'ਚ ਮੈਨੂੰ ਥੋੜਾ ਜਿਹਾ ਅੰਦਾਜ਼ਾ ਹੋਇਆ ਕਿ ਮੇਰੇ ਅੰਦਰ ਕੁਛ ਐਸਾ ਬਣ ਰਿਹਾ ਜਿਹੜਾ ਮੇਰੀ ਲਿਖਣ ਵਿੱਚ ਆ ਸਕਦਾ। ਉੱਥੋਂ ਸ਼ਾਇਦ ਜਿਹੜੀ ਮੱਥੇ ਦੀ ਤਿਉੜੀ ਬਣਨੀ ਜਾਂ ਚਿੰਤਨ ਦੀ ਸਿਲਵਟ ਜਿਹੜੀ ਤੁਹਾਡੇ ਜ਼ਾਹਰਾ ਤੌਰ ਤੇ ਤਾਂ ਮੱਥੇ ਤੇ ਆਉਂਦੀ ਹੈ, ਪਰ ਤੁਹਾਡੇ ਮਨ ਦੇ ਅੰਦਰ ਬਣ ਰਹੀ ਹੁੰਦੀ ਹੈ, ਸ਼ਾਇਦ ਉਸ ਕਿਸੇ ਵਕਤ ਵਿੱਚ ਬਣੀ। ਤੇ ਉਹਦੇ ਬਣਨ ਪਿੱਛੇ ਫਿਰ ਤੁਹਾਡੀ ਦੀ ਸਾਰੀ ਜਿਹੜੀ ਪਰੰਪਰਾ ਹੁੰਦੀ ਹੈ, ਤੁਹਾਡੇ ਸਾਹਿਤ ਦੀ ਜਾਂ ਜਿਹੜੇ ਵੀ ਕਲਾ ਦੇ ਜਨਰ ਵਿੱਚ ਤੁਸੀਂ ਜਾਂਦੇ ਹੋ, ਉਹ ਸਾਰਾ ਇਤਿਹਾਸ, ਉਹ ਸਾਰੀ ਮਰਿਆਦਾ, ਸਾਰਾ ਪਰੰਪਰਾ ਉਹਦੇ ਪਿੱਛੇ ਪਈ ਹੁੰਦੀ ਹੈ। ਉਹ ਤੁਹਾਨੂੰ ਡੀਲ ਡੋਲ ਰਹੀ ਹੁੰਦੀ ਹੈ, ਤੁਹਾਡੀ ਭਾਸ਼ਾ ਵੀ ਤੁਹਾਨੂੰ ਬਣਾ ਰਹੀ ਹੁੰਦੀ ਹੈ, ਤੁਹਾਡੇ ਸਮਾਜ ਦਾ ਆਲੇ ਦੁਆਲੇ ਦਾ ਮਾਹੌਲ ਵੀ ਤੁਹਾਨੂੰ ਬਣਾ ਰਿਹਾ ਹੁੰਦਾ। ਤਾਂ ਇਹ ਪਹਿਲੇ ਕੋਈ 16-17 ਸਾਲ ਦੀ ਉਮਰ ਵਿੱਚ ਜਿਹੜੀ ਕਵਿਤਾਵਾਂ ਦੇ ਪਹਿਲੇ ਬੀਜ ਸੀ, ਉਹ ਕਹਿ ਸਕਦੇ ਹਾਂ ਕਿ ਮੇਰੀ ਪਹਿਲੀ ਤਿਉੜੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਇੱਕ ਜਦੋਂ ਕਿਸੇ ਮੈਂ ਮੱਥੇ ਦੀ ਤਿਉੜੀ ਦੀ ਗੱਲ ਕਰਦਾ, ਚਿੰਤਨ ਦੀ ਗੱਲ ਕਰਦਾ, ਅਸਲ 'ਚ ਇਹਦਾ ਹਵਾਲਾ ਜਿਹੜਾ ਉਹ ਚਿੰਤਨ ਦੇ ਨਾਲ ਹੀ ਆ। ਉਹ ਕੋਈ ਉਹਦਾ ਕਾਰਨ ਕੋਈ ਬਣਿਆ ਹੋਵੇ ਵਿਸ਼ੇਸ਼? ਮੈਨੂੰ ਬਹੁਤ ਵਾਰੀ ਲੱਗਦਾ ਹੁੰਦਾ ਕਿ ਅਸੀਂ ਬੇਸ਼ੱਕ ਕੋਈ ਇੱਕ ਅੱਧਾ ਠੋਸ ਕਾਰਨ ਲੱਭਦੇ ਹੁੰਦੇ ਹਾਂ ਕਿਸੇ ਵੀ ਵੱਡੀ ਘਟਨਾ ਦੇ ਵਾਪਰਨ ਦਾ, ਪਰ ਅਸਲ ਵਿੱਚ ਉਹ ਕਈ ਚੀਜ਼ਾਂ ਉਹਦੇ ਪਿੱਛੇ ਪਈਆਂ ਹੁੰਦੀਆਂ। ਇਹ ਹੁਣ ਮੈਂ ਬਹੁਤ ਇਹਨੂੰ ਇਸ ਤਰ੍ਹਾਂ ਵਿਹਾਰਕ ਤੌਰ ਤੇ ਦੇਖਣ ਦੀ ਕੋਸ਼ਿਸ਼ ਕਰਾਂ ਤਾਂ ਜਦੋਂ ਮੈਂ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨ ਲਈ ਗੁਰੂ ਤੇਗ ਬਹਾਦਰ ਰੋਡੇ ਦਾਖਲ ਹੋਣਾ, ਤਾਂ ਉਹ ਜਿਹੜੀ ਪੜ੍ਹਾਈ ਸੀ ਇੰਜੀਨੀਅਰਿੰਗ ਦੀ, ਉਹਦਾ ਮੇਰੇ ਨਾਲ ਤਾਲਮੇਲ ਨਹੀਂ ਬਣਦਾ ਸੀ। ਤਾਂ ਉਹ ਜਿਹੜੀ ਮੇਰੀ ਰੂਹਾਨੀ ਕਸ਼ਮਕਸ਼ ਸੀ, ਉਹ ਸ਼ਾਇਦ ਉਹਦਾ ਪਹਿਲਾ ਕਾਰਨ ਬਣੀ। ਉੱਥੇ ਮੈਂ ਕਈ ਸਾਰੇ ਸਬਜੈਕਟ ਵਿੱਚੋਂ ਫੇਲ ਹੁੰਦਾ ਰਿਹਾ, ਤਾਂ ਉਹ ਇੱਕ ਤਰ੍ਹਾਂ ਦੀ ਜਿਹੜੀ ਮੇਰੇ ਅੰਦਰ ਹੀਣਤਾ ਦਾ ਭਾਵ ਸੀ, ਉਹ ਵੀ ਇਸ ਤਿਉੜੀ ਦਾ ਕਾਰਨ ਬਣਿਆ। ਤੁਹਾਡੇ ਅੰਦਰ ਜਿਹੜੀ ਸੰਵੇਦਨਾ ਹੈ ਤਾਂ ਕੁਦਰਤੀ ਤੌਰ ਤੇ ਪਈ ਹੁੰਦੀ ਹੈ, ਜਾਂ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹ ਤੁਸੀਂ ਪੈਦਾ ਨਹੀਂ ਕਰ ਸਕਦੇ। ਪਰ ਬਹੁਤ ਸਾਰੇ ਕਾਰਨ ਮੈਨੂੰ ਲੱਗਦਾ ਕਿ ਇਹ ਸ਼ਾਇਦ ਉਹ ਪਹਿਲੇ ਬਣੇ ਕਿ
ਜਦੋਂ ਫਿਰ ਮੈਂ ਜਿਹੜਾ ਆਪਣੇ ਚਿੰਤਨ ਦਾ ਕਹਿ ਲਓ ਜਾਂ ਆਪਣੇ ਅੰਦਰ ਫੈਲੇ ਹੋਏ ਵਿਸ਼ਾਦ ਦਾ ਇੱਕ ਰੂਪ ਇਹ ਬਣਾਇਆ ਜਾਂ ਬਣਿਆ ਕੁਦਰਤੀ ਤੌਰ ਤੇ ਕਿ ਮੈਂ ਕਵਿਤਾ ਵਾਲੇ ਪਾਸੇ ਆਇਆ। ਅੱਛਾ ਗੁਰਤੇਜ ਜੀ, ਕਵੀ ਤੇ ਕਵਿਤਾ ਦਾ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ? ਕਵੀ ਤੇ ਕਵਿਤਾ ਦਾ ਰਿਸ਼ਤਾ ਬਹੁਤ ਨਜ਼ਦੀਕੀ ਹੈ, ਜਿੰਨਾ ਇਹ ਦੋ ਸ਼ਬਦਾਂ ਨੂੰ ਪੜ੍ਹਨ ਵਿੱਚ ਸਾਨੂੰ ਨਜ਼ਰ ਆਉਂਦਾ ਹੈ। ਕਵੀ ਔਰ ਕਵਿਤਾ ਬਹੁਤ ਇੱਕ ਅੱਖਰ ਦਾ ਫਰਕ ਹੈ। ਇਸੇ ਤਰ੍ਹਾਂ ਜਿਹੜੀ ਕਵੀ ਔਰ ਕਵਿਤਾ ਦੀ ਨਜ਼ਦੀਕੀ ਹੈ ਉਹ ਮੇਰੇ ਨਜ਼ਦੀਕ ਜਾਂ ਮੇਰੀ ਸਮਝ ਵਿੱਚ ਤਾਂ ਬਹੁਤ ਉਹਦੇ ਅੰਦਰ ਇੱਕ ਨੇੜਲਾ ਰਿਸ਼ਤਾ ਹੋਣਾ ਚਾਹੀਦਾ। ਜਿਸ ਤਰ੍ਹਾਂ ਦੀ ਤੁਹਾਡੀ ਕਵਿਤਾ ਦੀ ਸ਼ਖਸੀਅਤ ਤੁਹਾਡੇ ਵਿੱਚੋਂ ਉੱਭਰਦੀ ਹੈ, ਜਿਹੜਾ ਕਵੀ ਹੈ ਉਹ ਵੀ ਲਗਭਗ ਉਸ ਤਰ੍ਹਾਂ ਦਾ ਹੋਣਾ ਚਾਹੀਦਾ। ਪਰ ਬਹੁਤ ਵਾਰੀ ਇਵੇਂ ਨਹੀਂ ਹੁੰਦਾ। ਅਸੀਂ ਪੂਰੀ ਦੁਨੀਆ ਦੇ ਇਤਿਹਾਸ ਨੂੰ, ਕਲਾ ਦੇ ਇਤਿਹਾਸ ਨੂੰ ਜਦੋਂ ਦੇਖਦੇ ਹਾਂ ਤਾਂ ਜਿਹੜੇ ਕਲਾਕਾਰ ਆ ਉਹਨਾਂ ਦਾ ਜਿਹੜਾ ਆਪਣਾ ਵਿਹਾਰ ਹੈ, ਜ਼ਿੰਦਗੀ ਦਾ ਆਚਰਣ ਹੈ, ਉਹ ਹੋਰ ਤਰ੍ਹਾਂ ਦਾ ਹੁੰਦਾ। ਉਹਨਾਂ ਦੀ ਕਲਾ ਦੇ ਵਿੱਚ ਜਿਹੜਾ ਇੱਕ ਬੰਦਾ ਬਣਿਆ ਹੁੰਦਾ ਉਹ ਹੋਰ ਤਰ੍ਹਾਂ ਦਾ ਹੁੰਦਾ। ਪਰ ਮੇਰੇ ਨਜ਼ਦੀਕ ਇਹ ਹੈ ਕਿ ਜੋ ਕੁਝ ਤੁਹਾਡੀ ਕਵਿਤਾ ਕਹਿੰਦੀ ਹੈ, ਕਵੀ ਨੂੰ ਲਗਭਗ ਉਹਦੇ ਵਰਗਾ ਜਾਂ ਉਹਦੇ ਬਹੁਤ ਨੇੜੇ ਦਾ ਹੋਣਾ ਚਾਹੀਦਾ। ਜੇ ਤੁਸੀਂ ਬਹੁਤ ਉਹ ਤੋਂ ਦੂਰ ਰਹਿੰਦੇ ਆਪਣੀ ਲਿਖਤ ਤੋਂ, ਆਪਣੇ ਆਚਰਣ ਕਰਕੇ, ਵਿਹਾਰ ਕਰਕੇ, ਜਾਂ ਜਿਹੜੀ ਦੁਨਿਆਵੀ ਤੁਹਾਡੀ ਇੱਕ ਤਰ੍ਹਾਂ ਦੀ ਹੋਂਦ ਹੈ, ਤਾਂ ਫਿਰ ਜਿਹੜੇ ਪੜ੍ਹਨ ਵਾਲੇ ਲੋਕ ਨੇ ਉਹਨਾਂ ਦਾ ਕਵਿਤਾ ਤੋਂ ਵਿਸ਼ਵਾਸ ਉੱਠਦਾ। ਗੁਰਤੇਜ ਜੀ, ਇੱਕ ਮੈਂ ਸਮਝਦਾ ਕਿ ਜਿਹੜੇ 2-3 ਗਿਣਤੀ ਦੇ ਨਾਂ ਨੇ ਪੰਜਾਬੀ ਗਜ਼ਲ ਦੇ ਵਿੱਚ ਜਿਨ੍ਹਾਂ 'ਚ ਤੁਹਾਡਾ ਨਾਂ ਸ਼ਾਮਲ ਹੈ। ਲੋਕ ਤੁਹਾਡੇ ਪਾਠਕ ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਆਪਾਂ ਇਕੱਠੇ ਪ੍ਰੋਗਰਾਮ ਕਰਦੇ ਆ, ਦੇਖਦੇ ਆ ਕਿੰਨਾ ਤੁਹਾਨੂੰ ਲੋਕ ਪਿਆਰ ਕਰਦੇ ਆ। ਤੁਹਾਡੇ ਸ਼ੇਰ ਜਿਹੜੇ ਲੋਕਾਂ ਨੂੰ ਯਾਦ ਆ, ਫਰਮਾਇਸ਼ ਕਰਦੇ ਆ, ਇਹ ਇੰਨਾ ਸਾਰਾ ਪਿਆਰ ਮਿਲਦਾ। ਪਰ ਇਹਦੇ ਨਾਲ ਇੱਕ ਪੈਰਲਲ ਇੱਕ ਚੀਜ਼ ਹੋਰ ਵੀ ਆ ਜਿਹੜੀ ਮੈਂ ਤੁਹਾਨੂੰ ਪੁੱਛਣੀ ਚਾਹਣਾ ਵਾਂ। ਕੋਈ ਐਸਾ ਗੁਨਾਹ ਜਿਹੜਾ ਇਸ ਜਨਮ 'ਚ ਕੀਤਾ ਹੋਵੇ ਤੁਸੀਂ ਤੇ ਅਗਲੇ ਜਨਮ 'ਚ ਵੀ ਕਰਨਾ ਚਾਹੁੰਦੇ ਹੋ? ਗੁਨਾਹ ਮੈਂ ਤੁਹਾਡੇ ਇਸ ਗੱਲ ਵਿੱਚੋਂ ਹੀ ਇਹਦੀ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਗੁਨਾਹ ਤਾਂ ਇਹੀ ਹੈ ਕਿ ਮਤਲਬ ਤੁਸੀਂ ਜਿਵੇਂ ਉਰਦੂ ਦਾ ਸ਼ੇਰ ਹੈ ਕਿ क्या पूछते हो हाल मेरे कारोबार का, आईने बेचता हूं मैं अंधों के शहर में। ਗੁਨਾਹ ਮੈਂ ਇਹੀ ਕੀਤਾ ਕਿ ਮੈਂ ਇੱਕ ਸੰਵੇਦਨਸ਼ੀਲ ਬੰਦਾ ਬਣਿਆ ਇਸ ਬਦਲਦੇ ਹੋਏ, ਅਸੰਵੇਦਨਸ਼ੀਲ ਹੁੰਦੇ ਹੋਏ ਸਮਾਜ ਦੇ ਅੰਦਰ। ਪਰ ਮੈਨੂੰ ਇਹ ਇੱਕ ਬਹੁਤ ਗੁਨਾਹ ਲਜ਼ਤ ਦਿੰਦਾ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਉਵੇਂ ਦੇਖ ਸਕਦਾ ਆਪਣੀ ਕਵਿਤਾ ਦੇ ਰਾਹੋਂ ਜਿਵੇਂ ਦੁਨੀਆ ਉਹਨਾਂ ਨੂੰ ਦੇਖਣਾ ਭੁੱਲ ਗਈ ਹੈ ਜਾਂ ਉਹਨੂੰ ਦੇਖਣ ਵਿੱਚ ਰੁਚੀ ਨਹੀਂ। ਤੇ ਇਸ ਤਰ੍ਹਾਂ ਮੇਰਾ ਸੰਵੇਦਨਸ਼ੀਲ ਹੋਣਾ ਜਾਂ ਮੇਰਾ ਇੱਕ ਪੋਇਟ ਹੋਣਾ, ਸ਼ਾਇਰ ਹੋਣਾ, ਇਹ ਇਸ ਲਿਹਾਜ਼ ਨਾਲ ਤਾਂ ਇੱਕ ਗੁਨਾਹ ਹੀ ਬਣਦਾ। ਇਹ ਮੈਂ ਅਗਲੇ ਜਨਮ ਵਿੱਚ ਵੀ ਕਰਨਾ ਚਾਹੁੰਦਾ। ਬਹੁਤ ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਗੁਰਤੇਜ ਜੀ। ਇੱਕ ਗੱਲ ਹੋਰ ਹੈ, ਕਵੀ ਤੇ ਸਮਾਜ ਦਾ ਇੱਕ ਬਹੁਤ ਡੂੰਘਾ ਰਿਸ਼ਤਾ, ਬਹੁਤ ਡੂੰਘਾ ਇਹਨਾਂ ਦਾ ਨਿਭਾਅ ਵੀ ਹੈਗਾ। ਕਵੀ ਦੀ ਸਮਾਜ ਪ੍ਰਤੀ ਜਿਹੜੀ ਆ ਉਹ ਕਿੱਦਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ? ਇਹ ਵਿਸ਼ਾਲ ਜੀ ਸਵਾਲ ਅਸਲ ਬਹੁਤ ਪਹਿਲਾਂ ਜਦੋਂ ਪ੍ਰਗਤੀਵਾਦੀ ਕਵਿਤਾ ਦਾ ਦੌਰਾ ਜਾਂ ਪੰਜਾਬ ਪ੍ਰਗਤੀਵਾਦੀ ਕਵਿਤਾ ਜਾਂ ਸਾਹਿਤ ਦਾ ਦੌਰਾ ਸਾਡੇ ਰਿਹਾ, ਉਦੋਂ ਸਵਾਲ ਇਹ ਬਹੁਤ ਉੱਭਰ ਕੇ ਸਾਹਮਣੇ ਆਇਆ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਇੱਕ ਕਲਾ ਦਾ ਸਿਧਾਂਤ ਸੀ, ਉਹ ਕਲਾ ਲਈ ਅਸੀਂ ਮੰਨਦੇ ਸੀ। ਪਰ ਜਿਹੜਾ ਇੱਕ ਪ੍ਰੋਗਰੈਸਿਵ ਮੂਵਮੈਂਟ ਆਈ 1935-36 ਤੋਂ ਬਾਅਦ, ਉਹਨੇ ਇੱਕ ਐਸਾ ਰੁਝਾਨ ਪੈਦਾ ਕੀਤਾ ਕਿ ਜਿਹਦੇ ਵਿੱਚ ਕਿ ਜਿਹੜਾ ਸਮਾਜ ਹੈ ਉਹ ਬਹੁਤ ਤੁਹਾਡੀ ਸੋਚ ਦੇ ਕੇਂਦਰ ਵਿੱਚ ਹੋਣਾ ਜਾਂ ਕਲਾ ਦੇ ਕੇਂਦਰ ਵਿੱਚ ਹੋਣਾ ਉਹਨਾਂ ਨੇ ਬਹੁਤ ਲਾਜ਼ਮੀ ਮੰਨਿਆ। ਇਸ ਦੇ ਨਾਲ ਬਹੁਤ ਸਾਰਾ ਪੰਜਾਬੀ ਵਿੱਚ ਸਾਹਿਤ, ਬਹੁਤ ਸਾਰੀ ਕਵਿਤਾ ਵੀ ਪੈਦਾ ਹੋਈ ਜਿਹਦੇ ਵਿੱਚ ਸਮਾਜ ਉਸ ਕਵਿਤਾ ਦੇ ਕੇਂਦਰ ਵਿੱਚ ਖੜਾ ਹੋਇਆ ਸੀ। ਪਰ ਉੱਥੇ ਫਿਰ ਦਿੱਕਤ ਇਹ ਹੋਈ ਕਿ ਜਿਹੜਾ ਇੱਕ ਵਿਅਕਤੀਗਤ ਬੰਦਾ ਸੀ ਉਹ ਸ਼ਾਇਦ ਉਹਦੇ ਵਿੱਚ ਹੌਲੀ ਹੌਲੀ ਗੈਰ ਹਾਜ਼ਰ ਹੋਣਾ ਸ਼ੁਰੂ ਹੋਇਆ। ਇਹੀ ਪ੍ਰਗਤੀਵਾਦੀ ਕਵਿਤਾ ਦੇ ਖੀਣ ਹੋਣ ਦਾ ਕਾਰਨ ਵੀ ਇੱਕ ਤਰੀਕੇ ਨਾਲ ਬਣੀ। ਤਾਂ ਮੇਰੀ ਸਮਝ ਅਨੁਸਾਰ ਜਿਹੜਾ ਸ਼ਾਇਰ ਜਾਂ ਕਲਾਕਾਰ ਹੈ ਉਹ ਕਿਉਂਕਿ ਸਮਾਜ ਵਿੱਚੋਂ ਹੀ ਹੁੰਦਾ, ਸਮਾਜ ਵਿੱਚੋਂ ਹੀ ਉਹ ਬਣਿਆ ਹੁੰਦਾ। ਜਿਸ ਤਰ੍ਹਾਂ ਦਾ ਵੀ ਉਹਦਾ ਵਿਅਕਤਿਤਵ ਬਣਦਾ, ਜਿਸ ਤਰ੍ਹਾਂ ਦੀ ਉਹਦੀ ਵਿਚਾਰਧਾਰਾ ਬਣਦੀ, ਜਿਸ ਤਰ੍ਹਾਂ ਦਾ ਉਹਦਾ ਦਰਸ਼ਨ ਬਣਦਾ, ਉਹ ਸਮਾਜ ਵਿੱਚੋਂ ਹੀ ਬਣਿਆ ਹੁੰਦਾ। ਤਾਂ ਸਮਾਜ ਨਾਲ ਉਹਦਾ ਰਿਸ਼ਤਾ ਤਾਂ ਬਹੁਤ ਨਜ਼ਦੀਕੀ ਦਾ ਹੈ, ਬਹੁਤ ਨੇੜੇ ਦਾ ਹੈ। ਪਰ ਜਿਸ ਤਰੀਕੇ ਦਾ ਤੁਹਾਡਾ ਸਵਾਲ ਸੀ, ਉਹ ਲਿਹਾਜ਼ ਨਾਲ ਆਪਾਂ ਪ੍ਰਗਤੀਵਾਦੀ ਕਵਿਤਾ ਦੇ ਇਤਿਹਾਸ ਨੂੰ ਹੁਣ ਛਾਣ ਕਰਦੇ ਜਦੋਂ ਇੱਥੇ ਪਹੁੰਚਦੇ ਹਾਂ, ਤਾਂ ਇੱਥੇ ਕੀ ਹੈ ਕਿ ਫਿਰ ਸਮਾਜ ਦੇ ਨਾਲ ਜਿਹੜਾ ਇੱਕ ਵਿਅਕਤੀ ਹੈ ਉਹਦੀ ਵੀ ਬਹੁਤ ਵੱਡੀ ਅਹਿਮੀਅਤ ਹੈ। ਉਹਨੂੰ ਅਸੀਂ ਉਹਦੇ ਚੋਂ ਖਾਰਿਜ ਨਹੀਂ ਕਰ ਸਕਦੇ, ਕਿਉਂਕਿ ਸਮਾਜ ਵੀ ਵਿਅਕਤੀਆਂ ਦੇ ਨਾਲ ਮਿਲ ਕੇ ਹੀ ਬਣਦਾ। ਤੇ ਇਸ ਤਰੀਕੇ ਨਾਲ ਸਮਾਜ ਔਰ ਜਿਹੜੀ ਕਲਾ ਉਹਦਾ ਸੰਬੰਧ ਬਹੁਤ ਗੂੜਾ ਹੋਣ ਦੇ ਨਾਲ ਜਿਹੜੀਆਂ ਉਹਦੀਆਂ ਤਹਿਾਂ ਨੇ, ਅੰਤਰ ਤਹਿਾਂ ਨੇ ਸਮਾਜ ਦੀਆਂ,
ਉਹਨਾਂ ਨੂੰ ਐਡਰੈਸ ਕਰਨਾ ਬੜਾ ਜ਼ਰੂਰੀ ਹੈ। ਇਹ ਗੁਰਤੇਜ ਜੀ, ਇੱਕ ਤੁਹਾਡਾ ਸ਼ੇਰ ਆ, ਬਹੁਤ ਮਕਬੂਲ ਹੋਇਆ ਉਹ ਸ਼ੇਰ, ਤੁਹਾਡੀ ਪਰਸਨੈਲਿਟੀ ਦੇ ਨਾਲ ਜੁੜ ਗਿਆ, ਤੁਹਾਡੀ ਸ਼ਾਇਰੀ ਦਾ, ਟੋਟਲ ਸ਼ਾਇਰੀ ਦਾ ਉਹ ਨਿਚੋੜ ਆ। ਮੇਰਾ ਖਿਆਲ, ਜੇ ਮੈਂ ਭੁੱਲ ਨਹੀਂ ਰਿਹਾ ਤੇ ਸ਼ਾਇਦ ਉਹ ਨਾਗਮਣੀ ਚ ਲੱਗਾ ਸੀ, ਉਹ ਔੜ ਏਦਾਂ ਹੀ ਜੇਕਰ ਜਾਰੀ ਰਹੀ, ਤੇ ਉਹ ਤੁਹਾਡੀ ਪਹਿਚਾਣ ਬਣ ਗਿਆ, ਉਹ ਤੁਹਾਡਾ ਸ਼ੇਰ, ਉਹ ਤੁਹਾਡੀ ਰਚਨਾ ਪਹਿਚਾਣ ਬਣ ਗਈ। ਹੁਣ ਜਿੱਥੇ ਵੀ ਤੁਸੀਂ ਕਿਤੇ ਜਾਂਦੇ ਆ, ਉਹ ਕਿੰਨੇ ਵਰੇ 30-35 ਸਾਲ ਬਰੇ ਬੀਤ ਗਏ ਉਹਨੂੰ ਲਿਖਿਆ, ਤੇ ਲੋਕੀ ਅੱਜ ਵੀ ਉਹ ਸੁਣਨਾ ਚਾਹੁੰਦੇ ਆ। ਕਵੀ ਮਤਲਬ ਬੜੇ ਵੱਖਰੇ ਵੱਖਰੇ ਪ੍ਰੋਸੈਸ ਚੋਂ ਲੰਘਦਾ, ਕੋਈ ਉਸ ਮਹਾਨ ਰਚਨਾ ਜਿਹੜੀ ਤੁਹਾਡੇ ਨਾਲ, ਜਿਵੇਂ ਕੁਝ ਸੁਰਜੀਤ ਪਾਤਰ ਦੇ ਨਾਲ ਲਾਈਨਾਂ ਜੁੜੀਆਂ ਹੋਈਆਂ, ਬਹੁਤ ਸਾਰੀਆਂ ਗਜ਼ਲਾਂ, ਚਲੋ ਕਿਸੇ ਦਾ ਵੀ ਆਪਾਂ ਨਹੀਂ ਸ਼ੇਰ, ਉਹਨਾਂ ਦੇ ਸਾਰੇ ਸ਼ੇਰ ਵਧੀਆ, ਤੇ ਕੋਈ ਔੜ ਦਾ ਮੌਸਮ ਹਟਾਇਆ ਹੋਵੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਉਹਨਾਂ ਪਲਾਂ ਦੀ ਜਿੱਥੇ ਗੁਰਤੇਜ ਕਿਤੇ ਨਾ ਕਿਤੇ ਟੁੱਟਿਆ ਹੋਵੇ, ਉਦਾਸ ਹੋਇਆ ਹੋਵੇ, ਉਸ ਔੜ ਦਾ ਜ਼ਿਕਰ ਕਰੋ, ਸਾਡੇ ਦਰਸ਼ਕ, ਤੁਹਾਡੇ ਪਾਠਕ ਵੀ ਜਾਣਨਾ ਚਾਹਣਗੇ। ਅਸਲ ਵਿੱਚ ਵਿਸ਼ਾਲ ਜੀ, ਜਿਹੜੀ ਕਵਿਤਾ ਹੁੰਦੀ ਹੈ ਉਹ ਤੁਸੀਂ ਜਾਣਦੇ ਹੋ, ਸੰਕੇਤਾਂ ਦੀ ਇੱਕ ਬਣਤਰ ਨਾਲ ਬਣੀ ਹੋਈ ਚੀਜ਼ ਹੁੰਦੀ ਹੈ। ਉਹਦੇ ਅੰਦਰ ਇਸ਼ਤਿਹਾਰੇ ਹੁੰਦੇ ਆ, ਉਹਦੇ ਅੰਦਰ ਰਮਜ਼ਾਂ ਹੁੰਦੀਆਂ, ਤੇ ਬਹੁਤ ਜ਼ਾਹਰਾ ਤੌਰ ਤੇ ਜਿਹੜੀਆਂ ਚੀਜ਼ਾਂ ਲਫ਼ਜ਼ਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਆ ਰਹੀਆਂ ਹੁੰਦੀਆਂ, ਉਹ ਸ਼ਾਇਦ ਉਸ ਤਰ੍ਹਾਂ ਨਹੀਂ ਵਾਪਰੀਆਂ ਹੁੰਦੀਆਂ। ਉਹ ਬਹੁਤ ਸਾਰੀਆਂ ਚੀਜ਼ਾਂ ਦਾ ਇੱਕ ਜੋੜ ਮੇਲ ਹੋ ਕੇ, ਆਪਣਾ ਰੂਪ ਬਦਲ ਕੇ ਉਹ ਚੀਜ਼ਾਂ ਉਹਦੇ ਅੰਦਰ ਆਉਂਦੀਆਂ। ਤੇ ਜਿਹੜਾ ਇਹ ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ, ਪਹਿਲਾਂ ਨਦੀਆਂ ਦੀ ਚਿੰਤਾ ਸੀ, ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਇਹ ਗਜ਼ਲ ਮੈਂ ਲਿਖੀ ਸੀ ਜਦੋਂ ਪੰਜਾਬ ਦੇ ਅੰਦਰ, ਜਿਹਨੂੰ ਅਸੀਂ ਪੰਜਾਬ ਸੰਕਟ ਵਾਲੇ ਦੌਰ ਨਾਲ ਜਾਣਦੇ ਹਾਂ, 1984 ਵਾਲਾ ਦੌਰ, ਜਿਹਦੇ ਵਿੱਚ ਪੰਜਾਬ ਅੰਦਰ ਹਿਜਰਤਾਂ ਹੋ ਰਹੀਆਂ ਸੀ, ਉਹ ਸਾਰਾ ਕੁਝ। ਤਾਂ ਜਿਹੜੀ ਪਹਿਲੀ ਤੌਰ ਤੇ ਤਾਂ ਜਿਹੜਾ ਔੜ ਦਾ ਇੱਕ ਇਮੇਜ ਸੀ ਮੇਰੇ ਅੰਦਰ, ਉਹ ਉੱਥੋਂ ਆਇਆ। ਪਰ ਜੇ ਅਸੀਂ ਇਹਨੂੰ ਥੋੜਾ ਇਸ ਕਵਿਤਾ ਨੂੰ ਫੈਲਾ ਕੇ ਦੇਖੀਏ, ਤਾਂ ਜਿਹੜੀ ਔੜ ਹੈ ਉਹ ਹਰ ਸੰਵੇਦਨਸ਼ੀਲ ਬੰਦੇ ਦੇ, ਹਰ ਸ਼ਾਇਰ ਦੇ, ਹਰ ਕਲਾਕਾਰ ਦੇ ਅੰਦਰ ਇੱਕ ਔੜ ਲਗਾਤਾਰ ਬੈਠੀ ਹੁੰਦੀ ਹੈ, ਜਿਹਨੂੰ ਉਹ ਐਡਰੈਸ ਕਰਦਾ ਰਹਿੰਦਾ ਸਮੇਂ ਸਮੇਂ ਆਪਣੀ ਕਲਾ ਦੁਆਰਾ। ਕਦੇ ਕਦੇ ਥੋੜੀ ਬਾਰਿਸ਼ ਵੀ ਹੁੰਦੀ ਹੈ ਉਹਦੇ ਅੰਦਰ, ਕੋਈ ਠੰਡੀ ਹਵਾ ਦੇ ਬੁੱਲੇ ਵੀ ਆਉਂਦੇ ਆ, ਪਰ ਇਹ ਸਾਰਾ ਕੁੱਲ ਮਿਲਾ ਕੇ ਤੁਹਾਡੀ ਜਿਹੜੀ ਇੱਕ ਉਪਰਾਮਤਾ ਹੈ ਸਾਰੀਆਂ ਐਸੀਆਂ ਚੀਜ਼ਾਂ ਤੋਂ ਜਿਹੜੀਆਂ ਦੁਨੀਆ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਜਾਂ ਜਿਹੜੀਆਂ ਨੂੰ ਜਿਹਨਾਂ ਤੁਸੀਂ ਆਹਤ ਹੁੰਦੇ ਹੋ, ਇਹ ਸਾਰਾ ਕੁਝ ਮਿਲ ਕੇ ਇੱਕ ਔੜ ਬਣਦਾ। ਔੜ ਦੇ ਇੱਕ ਇਮੇਜ ਰਾਹੀਂ ਉਹਨੂੰ ਮੈਂ ਆਪਣੀ ਉਸ ਗਜ਼ਲ ਦੇ ਵਿੱਚ ਲਿਖਿਆ। ਗੁਰਤੇਜ ਜੀ, ਤੁਸੀਂ ਪਾਕਿਸਤਾਨ 'ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ 'ਚ ਵੀ ਗਏ, ਕੈਨੇਡਾ ਦੇ ਉੱਥੇ ਕਾਨਫਰੰਸ, ਵਿਸ਼ਵ ਪੰਜਾਬੀ ਕਾਨਫਰੰਸ 'ਚ ਵੀ ਹਿੱਸਾ ਲਿਆ। ਦੋਨੇ ਸਵਾਲ ਮੇਰੇ ਇਕੱਠੇ ਹੈ। ਪਾਕਿਸਤਾਨ 'ਚ ਜਿਹੜਾ ਪੰਜਾਬੀ ਸ਼ਾਇਰ ਹੈ, ਮਤਲਬ ਬਹੁਤ ਸਾਰੇ ਨਾਂ ਨੇ, ਤੁਹਾਡੇ ਕੋਲ ਮੈਂ ਉਹਨਾਂ ਦੇ ਨਾਮ ਹੀ ਆਪਣੇ ਆਪ ਹੀ ਸਾਹਮਣੇ ਆ ਜਾਣਗੇ, ਸੁਣਾਗਾ। ਉੱਥੋਂ ਦੀ ਪੰਜਾਬੀ ਕਵਿਤਾ, ਪੰਜਾਬੀ ਗਜ਼ਲ, ਜਾਂ ਉਹਨਾਂ ਦੇ ਸੁਭਾਅ ਜਿਹੜੇ ਆਪਣੇ ਪੰਜਾਬੀਆਂ ਨਾਲ ਜਦੋਂ ਇਧਰੋਂ ਉਧਰ ਜਾਂਦੇ, ਕਿੰਨਾ ਕੁ ਮੋਹ ਕਰਦੇ ਆ? ਤੁਹਾਡਾ ਜਾਤੀ ਤਜਰਬਾ ਕੀ ਹੈ ਉੱਥੋਂ ਦੀ ਮਿੱਟੀ ਨੂੰ ਦੇਖ ਕੇ, ਮਿੱਟੀ 'ਚ ਸਾਹ ਲੈ ਕੇ? ਉਹ ਲੋਕ ਕੀ ਸੋਚਦੇ ਆਪਣੇ ਸ਼ਾਇਰਾਂ ਬਾਰੇ, ਇੱਧਰ ਦੇ ਆਵਾਮ ਬਾਰੇ, ਯਾਨੀ ਸਾਰਾ? ਜਿੱਥੋਂ ਤੱਕ ਪਾਕਿਸਤਾਨ ਦੇ ਦੌਰਿਆਂ ਦੀ ਦਾਸਤਾਨ ਹੈ, ਜਾਂ ਉੱਥੋਂ ਦੇ ਲੋਕਾਂ ਨਾਲ ਮੇਲ ਮਿਲਾਪ, ਜਾਂ ਖਾਸ ਤੌਰ ਤੇ ਉਧਰਲੇ ਸ਼ਾਇਰ ਦੋਸਤਾਂ ਨਾਲ, ਅੰਜੁਮ ਸਲੀਮੀ ਹੋਣ, ਅਫਜ਼ਲ ਸਾਹਿਰ ਹੋਣ, ਤਾਹਿਰ ਸਰਾ ਹੋਣ, ਸਾਬਰ ਅਲੀ ਸਾਬਰ ਹੋਣ, ਬਾਬਾ ਨਦਮੀ ਹੋਣ, ਹੋਰ ਅਨੇਕ ਸੱਜਣ, ਅਜ਼ਾਜ਼ ਅਲੀ ਤਵੱਕਲ ਹੋਣ, ਤਾਂ ਉਹਨਾਂ ਦੇ ਨਾਲ ਮੇਲ ਜੋਲ ਰਾਹੀਂ ਸਮਝੋ ਮੈਂ ਪਾਕਿਸਤਾਨ ਨੂੰ ਜਾਣਿਆ, ਕਿਉਂਕਿ ਮੇਰੀ ਜਿਹੜੀ ਪਹਿਲੀ ਵਾਬਸਤਗੀ ਸੀ ਉਹ ਲੇਖਕ ਜਾਂ ਸ਼ਾਇਰਾਂ ਦੋਸਤਾਂ ਦੇ ਹਵਾਲੇ ਨਾਲ ਹੀ ਬਣੀ। ਦੇਸ਼ ਦੀ ਜਿਹੜੀ ਵੰਡ ਦਾ ਇੱਕ ਦਰਦ ਹੈ, ਉਹ ਸਾਡੇ ਲੋਕਾਂ ਵਾਂਗੂ ਹੀ ਉਹਨਾਂ ਦੇ ਅੰਦਰ ਵੀ ਬੈਠਾ ਹੋਇਆ, ਕਿਉਂਕਿ ਇੱਕ ਮੋਟੇ ਤੌਰ ਤੇ ਵੀ ਜੇ ਇਹਨੂੰ ਅਸੀਂ ਮਨੁੱਖੀ ਨਸਲਾਂ ਦੇ ਇਤਿਹਾਸ ਵਜੋਂ ਵੀ ਜਾਣੀਏ, ਤਾਂ ਆਮ ਅਸੀਂ ਇਹਨੂੰ ਦੇਸ਼ ਦੀ ਆਜ਼ਾਦੀ ਦਾ ਇੱਕ ਮੁਕਾਮ ਕਹਿੰਦੇ ਆ 1947 ਨੂੰ, ਪਰ ਪੰਜਾਬ ਲਈ ਇੱਕ ਤਰੀਕੇ ਨਾਲ ਇਹ ਉਜਾੜੇ ਦਾ ਮੁਕਾਮ ਹੀ ਸੀ। ਉਹ ਜਿਹੜੇ ਆਜ਼ਾਦੀ ਦੇ ਅਰਥ ਹੈ ਉਹ ਪੰਜਾਬ ਲਈ ਉਸ ਤਰੀਕੇ ਨਾਲ ਨਹੀਂ ਪਹੁੰਚੇ, ਤਾਂ ਉਹਨਾਂ ਲੋਕਾਂ ਦੇ ਅੰਦਰ ਅਜੇ ਤੱਕ ਵੀ ਉਸ ਦਾ ਜਿਹੜਾ ਨੋਸਟੈਲਜੀਆ ਸਾਡੇ ਵਾਂਗੂ ਹੀ, ਜਾਂ ਬਲਕਿ ਸਾਡੇ ਨਾਲੋਂ ਵੀ ਜ਼ਿਆਦਾ ਉਹ ਉਹਨਾਂ ਦੇ ਅੰਦਰ ਬੈਠਾ ਹੋਇਆ। ਉਹ ਹਮੇਸ਼ਾ ਹੀ ਬਹੁਤ ਮੁਹੱਬਤ ਨਾਲ ਗੱਲ ਕਰਦੇ ਆ, ਹਮੇਸ਼ਾ ਬਹੁਤ ਉਮਾਹ ਨਾਲ ਤੁਹਾਨੂੰ ਉਡੀਕਦੇ ਆ। ਤਾਂ ਉਹਦਾ ਕਾਰਨ ਵੀ ਹੈ ਕਿ ਸਾਡੀ ਜਿਹੜੀ ਸਾਰੀ ਸਕਾਫਤ ਹੈ, ਸਾਡੀ ਜ਼ੁਬਾਨ ਹੈ, ਸਾਡਾ ਸੱਭਿਆਚਾਰ ਹੈ, ਉਹ ਇੱਕੋ ਹੀ ਹੈ। ਸਿਰਫ ਅਸੀਂ ਇੱਕ ਦੀਵਾਰ ਖੜੀ ਕਰ ਲਈ, ਜਿਹਨੂੰ ਹੁਣ ਸਾਨੂੰ ਮੰਨਣਾ ਪੈਣਾ, ਔਰ ਉਸ ਦੀਵਾਰ ਦਾ ਸਾਨੂੰ ਇੱਕ ਆਦਰ ਵੀ ਕਰਨਾ ਪੈਣਾ। ਆਪਣੀ ਪਹਿਲਾਂ ਵੀ ਗੱਲ ਹੋਈ ਸੀ, ਇੱਕ ਵਾਰ ਵੈਸੇ ਵੀ ਗੱਲ ਹੋਈ ਸੀ ਵੀ ਅਫਜ਼ਲ ਸਾਹਿਰ ਹੋਣਾ ਨਾਲ ਤੁਸੀਂ ਜਾ ਕੇ ਮਿਲੇ, ਕੋਈ ਉੱਥੋਂ ਦੀ ਮਤਲਬ
ਬਹੁਤ ਖੂਬਸੂਰਤ ਯਾਦ, ਖੂਬਸੂਰਤ ਘਟਨਾ ਜਿਹੜੀ ਅਜੇ ਵੀ ਤੁਹਾਡੇ ਚੇਤਿਆਂ 'ਚ ਰਹਿੰਦੀ ਹੈ ਹਮੇਸ਼ਾ? ਇੰਨੇ ਸਾਰੇ ਦੋਸਤਾਂ ਸ਼ਾਇਰਾਂ ਨੂੰ ਮੁਸ਼ਾਇਰੇ 'ਚ ਮਿਲੇ। ਇੱਕ ਜਿਹੜੀ ਬਹੁਤ ਮਤਲਬ ਮੈਨੂੰ ਖੂਬਸੂਰਤ ਗੱਲ ਉਥੋਂ ਸ਼ਾਇਰੀ ਜਾਂ ਪੋਇਟਰੀ ਦੇ ਜਾਂ ਸ਼ਾਇਰਾਂ ਦੇ ਹਵਾਲੇ ਨਾਲ ਅੱਛੀ ਲੱਗੀ ਕਿ ਮੈਂ ਹੁਣੇ ਜਦੋਂ 2020 ਦੇ ਅੰਦਰ ਫਰਵਰੀ 'ਚ ਮੈਂ ਗਿਆ ਕਾਨਫਰੰਸ ਲਈ, ਲਾਸਟ ਲਾਹੌਰ ਮੇਰੀ ਵਿਜ਼ਿਟ ਹੋਈ, ਤਾਂ ਅਸੀਂ ਦੇਰ ਰਾਤ ਉੱਥੇ ਕਿਸੇ ਰੈਸਟੋਰੈਂਟ ਦੇ ਬਾਹਰ ਬੈਠੇ ਹੋਏ ਸੀ ਚਾਹ ਪੀਣ ਲਈ। ਲਾਹੌਰ ਦੀ ਇੱਕ ਬਹੁਤ ਸ਼ਾਨਦਾਰ ਚੀਜ਼ ਇਹ ਹੈ ਕਿ ਉਹ ਸ਼ਹਿਰ ਸੌਂਦਾ ਨਹੀਂ ਕਦੇ, ਪੂਰੀ ਰਾਤ ਮਤਲਬ ਚਾਹ ਦੀਆਂ ਮਹਿਫਲਾਂ ਦੌਰ ਚੱਲਦੇ ਰਹਿੰਦੇ ਆ। ਤਾਂ ਉੱਥੇ ਮੈਂ ਦੇਖਿਆ ਕਿ ਅਸੀਂ ਮੇਰੇ ਦੂਜੇ ਅਫਸਰ ਸਾਹਿਬ ਤੇ ਅੰਜਮ ਸਲੀਮੀ ਹੋਰਾਂ ਦੇ ਨਾਲ ਜਿਹੜੇ ਨਵੇਂ ਉਹਦੇ ਲਈ ਸ਼ਾਇਰ ਬੜੇ ਮਕਬੂਲ ਨੇ ਅੱਜ ਕੱਲ੍ਹ ਹਿੰਦੁਸਤਾਨ ਵਿੱਚ ਜੁੜੇ ਨੇ, ਅਲੀ ਜ਼ਰਿਆਨ ਔਰ ਤਹਿਜ਼ੀਬ ਹਾਫੀ, ਇਹ ਵੀ ਦੋਨੇ ਬੈਠੇ ਹੋਏ ਸੀ। ਅਸੀਂ ਉੱਥੇ ਚਾਹ ਪੀ ਰਹੇ ਸੀ ਸਾਰੇ। ਤਾਂ ਉੱਥੇ ਮੈਂ ਦੇਖਿਆ ਕਿ ਕੋਈ 10-12 ਨੌਜਵਾਨ ਮੁੰਡੇ ਕੁੜੀਆਂ ਸਾਨੂੰ ਚਾਹ ਪੀਂਦੇ ਨੂੰ ਦੇਖ ਕੇ ਉਹ ਸਾਡੇ ਨਜ਼ਦੀਕ ਆਏ। ਤਾਂ ਤਹਿਜ਼ੀਬ ਹਾਫੀ ਤੇ ਅਲੀ ਜ਼ਰਿਆਨ ਨਾਲ ਉਹਨਾਂ ਨੇ ਤਸਵੀਰਾਂ ਬਣਾਉਣ ਦੀ ਇੱਕ ਤਰੀਕੇ ਨਾਲ ਇਸਰਾਰ ਕੀਤਾ ਤੇ ਮੈਨੂੰ ਬਹੁਤ ਚੰਗਾ ਲੱਗਾ ਕਿ ਸ਼ਾਇਦ ਇਸ ਤਰ੍ਹਾਂ ਜਿਵੇਂ ਸਾਡੇ ਸਿਤਾਰੇ ਹੁੰਦੇ ਫਿਲਮਾਂ ਦੇ ਜਾਂ ਹੋਰ ਦੇ, ਉੱਥੇ ਕਵੀਆਂ ਨੂੰ ਵੀ ਇਸ ਤਰ੍ਹਾਂ ਜਾਣਿਆ ਜਾਂਦਾ ਤੇ ਕਵਿਤਾ ਨੂੰ ਪੜ੍ਹਨ ਦੀ ਤੇ ਸੁਣਨ ਦੀ ਖਾਸ ਤੌਰ ਤੇ ਜਿਹੜਾ ਇੱਕ ਉਰਦੂ ਸਪੀਕਿੰਗ ਵਰਲਡ ਹੈ ਜਿਹਦੇ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ, ਉਹਨਾਂ ਦੇ ਵਿੱਚ ਖਾਸ ਕਿਸਮ ਦਾ ਇੱਕ ਸ਼ੌਰ ਹੈ, ਖਾਸ ਕਿਸਮ ਦੀ ਉਹਨਾਂ ਦੇ ਅੰਦਰ ਇੱਕ ਉਹਨੂੰ ਤਰੀਕਾ ਹੈ ਕਵਿਤਾ ਨੂੰ ਜਾਣਨ ਦਾ, ਕਵਿਤਾ ਨੂੰ ਸ਼ਾਇਰੀ ਨੂੰ ਮਹਿਸੂਸ ਕਰਨ ਦਾ। ਤਾਂ ਉਹ ਇੱਕ ਬਹੁਤ ਮੇਰੇ ਲਈ ਇੱਕ ਯਾਦਗਾਰੀ ਘਟਨਾ ਰਹੀ। ਇਹ ਗੁਰਤੇਜ ਜੀ, ਜਿਸ ਤਰ੍ਹਾਂ ਤੁਸੀਂ ਤਸਵੀਰਾਂ ਬਣਾਉਣ ਦੀ ਗੱਲ ਆਈ ਹੈ ਨਾ, ਤੇ ਮੇਰੇ ਵੀ ਸਵਾਲ ਵੀ ਇੱਕਦਮ ਦਿਮਾਗ 'ਚ ਆਇਆ ਕਿ ਤਸਵੀਰਾਂ ਤੁਸੀਂ ਪੇਂਟਿੰਗਸ ਵੀ ਕਰਦੇ ਆ ਹੈ ਨਾ, ਕੋਈ ਵਿਜ਼ੂਅਲ ਪੋਇਟਰੀ ਵੀ ਤੁਹਾਡਾ ਇੱਕ ਰਿਕਾਰਡ ਕਰਨ ਦਾ ਇੱਕ ਵੱਖਰਾ ਸ਼ੌਕ ਆ, ਮਿਊਜ਼ਿਕ ਦੇ ਨਾਲ ਵੀ ਤੁਸੀਂ ਜੁੜੇ ਆ, ਤੇ ਉਹ ਜਿਹੜਾ ਸ਼ੌਕ ਪੇਂਟਿੰਗਸ ਦਾ ਹੈਗਾ ਤੁਹਾਡਾ, ਸਕੈਚਿੰਗ ਦਾ, ਮੈਂ ਤੁਹਾਡੇ ਕਿਤੇ ਸਕੈਚ ਵੀ ਵੇਖੇ ਹੋਏ ਆ, ਉਹਦੇ ਬਾਰੇ ਜਾਂ ਉਹ ਜਿੱਦਾਂ ਆਪਾਂ ਦੇਵ ਦੀ ਗੱਲ ਕਰਦੇ ਹੈ ਨਾ, ਜਾਂ ਸੁਖਵੰਤ ਚਿੱਤਰਕਾਰ ਸੀ, ਉਹ ਪੈਰਲਲ ਬਰਾਬਰ ਉਹਨਾਂ ਦੀ ਪੋਇਟਰੀ, ਉਹਨਾਂ ਦੀ ਕਵਿਤਾ, ਉਹਨਾਂ ਦਾ ਸਿਨਫ ਦੇ ਨਾਲ ਚਿੱਤਰਕਾਰੀ ਵੀ ਚੱਲਦੀ ਰਹੀ। ਤੇ ਜਿੱਦਾਂ ਸਵੀ ਦਾ ਵੀ ਆਪਾਂ ਜ਼ਿਕਰ ਕਰ ਸਕਦੇ ਹਾਂ, ਹੋਰ ਕੁਝ ਦੋਸਤ ਵੀ ਹੈ, ਤੇ ਜਿਹੜੀ ਤੁਹਾਡੀਆਂ ਪੇਂਟਿੰਗਸ ਆ ਉਹਦੇ ਵੱਲ ਉਹ ਬਹੁਤੀਆਂ ਨਹੀਂ ਸਾਹਮਣੇ ਆਈਆਂ ਜਾਂ ਉਹਨਾਂ ਵੱਲ ਤੁਸੀਂ ਖਾਸ ਖਿਆਲ ਨਹੀਂ ਕੀਤਾ? ਉਹਦਾ ਵਿਸ਼ਾਲ ਜੀ ਕਾਰਨ ਇਹ ਹੈ ਕਿ ਜਿਹੜੇ ਵੀ ਹੁਣੇ ਤੁਸੀਂ 2-3-4 ਵੱਡੇ ਦੋਸਤਾਂ ਦੇ ਸਾਡੇ ਨਾਮ ਲਏ, ਜਿਹੜੇ ਵੱਡੇ ਪੇਂਟਰ ਵੀ ਨੇ, ਵੱਡੇ ਸ਼ਾਇਰ ਵੀ ਨੇ, ਮੈਂ ਇੱਕ ਤਾਂ ਕਵੀ ਵੀ ਫੁੱਲ ਟਾਈਮ ਨਹੀਂ ਹਾਂ। ਮੈਂ ਕਈ ਵਾਰੀ 3-4 ਸਾਲ ਕਵਿਤਾ ਤੋਂ ਵੀ ਪਿੱਛੇ ਹਟ ਜਾਣਾ ਜਾਂ ਕਵਿਤਾ ਮੇਰੇ ਤੋਂ ਪਿੱਛੇ ਹਟ ਜਾਂਦੀ ਹੈ, ਫਿਰ ਅਸੀਂ ਦੁਬਾਰਾ ਸਾਡਾ ਜੋੜ ਮੇਲ ਹੁੰਦਾ। ਤਾਂ ਜਿਹੜੀ ਪੇਂਟਿੰਗ ਹੈ ਉਹ ਉਸ ਤੋਂ ਵੀ ਮੈਂ ਘੱਟ ਸਮੇਂ ਲਈ ਕਰਦਾ। ਤਾਂ ਇਸ ਕਰਕੇ ਮੇਰਾ ਐਵੇਂ ਮੇਰੀ ਪੇਂਟਿੰਗ ਦਾ ਸਾਹਮਣੇ ਆਉਣਾ ਲਾਜ਼ਮੀ ਹੈ ਕਿ ਉਹ ਉਸ ਰੂਪ ਉਹਦਾ ਵਾਲੀਅਮ ਜਾਂ ਉਹਨਾਂ ਰੂਪ ਨਹੀਂ ਬਣਦਾ ਸੀ। ਮੈਂ ਸ਼ੌਕੀ ਤੌਰ ਤੇ ਕਦੇ ਕੁਝ ਚੀਜ਼ਾਂ ਕਰਦਾ, ਕੋਈ ਮੇਰੀ ਬਹੁਤ ਇਹਦੇ 'ਚ ਮੁਹਾਰਤ ਨਹੀਂ ਹੈ, ਸਿਰਫ ਇੱਕ ਅਭਿਆਸ ਦੇ ਤੌਰ ਤੇ ਜਾਂ ਆਪਣੀ ਕੋਸ ਕਹਿ ਲਓ ਜਿਹੜੀ ਵੀ ਮਨੋ ਅਵਸਥਾ ਹੁੰਦੀ ਹੈ, ਜਾਂ ਇਉਂ ਵੀ ਨਹੀਂ ਹੁੰਦਾ ਕਿ ਮੈਂ ਜਿਹਨਾਂ ਦਿਨਾਂ 'ਚ ਕਵਿਤਾ ਨਹੀਂ ਲਿਖ ਰਿਹਾ ਮੈਂ ਪੇਂਟਿੰਗ ਕਰ ਰਿਹਾ ਹੁੰਦਾ, ਇਹ ਵੀ ਨਹੀਂ ਹੈ। ਮੈਂ ਜਿਵੇਂ ਕਿਹਾ ਕਿ ਮੈਂ ਤਾਂ ਮਤਲਬ ਸ਼ਾਇਰ ਵੀ ਫੁੱਲ ਟਾਈਮ ਨਹੀਂ ਹਾਂ ਤੇ ਪੇਂਟਰ ਫੁੱਲ ਟਾਈਮ ਹੋਣਾ ਤਾਂ ਬਹੁਤ ਬਾਅਦ ਹੀ। ਪਿੱਛੇ ਜੇ ਕਿਸਾਨ ਸੰਘਰਸ਼ ਚੱਲਿਆ, ਅੱਜ ਵੀ ਚੱਲ ਰਿਹਾ, ਤੇ ਉਹਨਾਂ ਨੇ ਮਤਲਬ ਸਾਰੀ ਦੁਨੀਆ ਦੇ ਲੇਖਕਾਂ ਨੂੰ, ਜਿੱਥੇ ਵੀ ਪੰਜਾਬੀ ਬੈਠਾ ਹਨਾ, ਵੈਸੇ ਤੇ ਪੂਰਾ ਵਰਲਡ ਦਾ ਮੀਡੀਆ ਹਿੱਲ ਗਿਆ ਇਸ ਮੂਵਮੈਂਟ ਨੂੰ ਲੈ ਕੇ, ਤੇ ਕੋਈ ਬਹੁਤ ਸਾਰਾ ਸਾਹਿਤ ਇਹਦੇ ਵਿੱਚ ਲਿਖਿਆ ਗਿਆ, ਜਿੱਦਾਂ 1947 ਦੀ ਵੰਡ ਵੇਲੇ ਲਿਖਿਆ ਗਿਆ, 1984 ਵੇਲੇ ਕਾਲੇ ਦਿਨਾਂ 'ਚ ਲਿਖਿਆ ਗਿਆ, ਤੇ ਚੰਗਾ ਸਾਹਿਤ ਜਿਹੜਾ ਉਹ ਸਾਹਮਣੇ ਆਇਆ। ਜਿਹੜੀ ਮੇਰਾ ਸਵਾਲ ਇਹ ਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਮੂਵਮੈਂਟਸ ਆਉਂਦੀਆਂ ਸਾਡੇ ਸਮਾਜ ਵਿੱਚ, ਸਾਡੇ ਦੇਸ਼ ਵਿੱਚ, ਤੇ ਉਹ ਕਿੱਦਾਂ ਦਾ ਪ੍ਰਭਾਵ ਛੱਡ ਕੇ ਜਾਂਦੀਆਂ ਸ਼ਾਇਰੀ ਤੇ? ਉਹ ਕਿੰਨੀ ਕੁ ਦੇਰ ਮਤਲਬ ਚਿਰਜੀਵ ਰਹਿੰਦਾ, ਕਿੰਨੇ ਕੁ ਚਿਰ ਜੀਂਦਾ ਰਹਿੰਦਾ ਉਹ ਸਾਹਿਤ ਜਿਹੜਾ? ਤੇ ਕਿਤੇ ਤੁਸੀਂ ਮਤਲਬ ਇਸ ਸੰਘਰਸ਼ ਬਾਰੇ, ਜੋ ਕਿਸਾਨ ਸੰਘਰਸ਼ ਨੇ ਤੁਹਾਨੂੰ ਵੀ ਝੰਜੋੜਿਆ ਹੋਵੇ, ਕੁਝ ਤੁਸੀਂ ਵੀ ਲਿਖਿਆ ਹੋਵੇ, ਉਹਦਾ ਵੀ ਜ਼ਿਕਰ ਕਰਿਓ। ਜਿਹੜਾ ਇਹ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ ਕਿਸਾਨ ਅੰਦੋਲਨ ਹੈ, ਆਪਣੀ ਜ਼ਮੀਨ ਦੀ ਜਾਂ ਆਪਣੇ ਹੱਕਾਂ ਦੀ ਇੱਕ ਲੜਾਈ ਦਾ ਮੁਕਾਮ ਹੈ, ਇਹਨੇ ਵੀ ਪੰਜਾਬੀ ਸਾਹਿਤ ਉੱਤੇ ਇੱਕ ਬਹੁਤ ਵੱਡਾ ਅਸਰ ਪਾਇਆ। ਸਿਰਫ ਅਸਰ ਹੀ ਨਹੀਂ ਪਾਇਆ, ਉਹ ਬਲਕਿ ਆਪਣੇ ਅੰਦਰ ਇੱਕ ਵਹਾ ਕੇ ਉਹਨੂੰ ਲੈ ਗਿਆ। ਮੈਂ ਖੁਦ ਆਪਣਾ ਅਨੁਭਵ ਹੈ ਕਿ ਤੁਸੀਂ ਆਪਣੀ ਜਿਹੜੇ ਜਨਰ ਵਿੱਚ ਤੁਸੀਂ ਕੰਮ ਕਰ ਰਹੇ ਹੋ, ਜਿਵੇਂ ਬੁਨਿਆਦੀ ਤੌਰ ਤੇ ਮੈਂ ਗਜ਼ਲ ਲਿਖਦਾ, ਮੈਂ ਉਹ ਸਾਰੇ ਮਾਹੌਲ ਨੂੰ ਗਜ਼ਲ ਵਿੱਚ ਵੀ ਲਿਖਿਆ, ਪਰ ਇਤਫਾਕ ਨਾਲ ਕਿ ਜਿਹੜਾ ਮੇਰਾ ਬਹੁਤ ਪ੍ਰੈਕਟਿਸ ਵਾਲਾ ਜਨਰ ਨਹੀਂ ਹੈ, ਮੈਂ ਕਿਸਾਨੀ ਸੰਘਰਸ਼ ਉੱਤੇ 2 ਗੀਤ ਵੀ ਲਿਖੇ ਜਿਹੜੇ ਇਤਫਾਕ ਨਾਲ
ਰਿਕਾਰਡ ਵੀ ਹੋਏ। ਇੱਕ ਨੂੰ ਰਜ਼ਾ ਹੀਰ ਹੋਰਾਂ ਨੇ ਗਾਇਆ, ਇੱਕ ਨੂੰ ਨੌਜਵਾਨ ਸੁਖਵਿੰਦਰ ਸਾਰੰਗ ਹੈ, ਉਹਨਾਂ ਨੇ ਗਾਇਆ। ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਅੱਜ ਤੋਂ 10 ਸਾਲ 20 ਸਾਲ ਬਾਅਦ ਮਤਲਬ ਇਹ ਤੁਹਾਡਾ ਗੀਤ ਮਤਲਬ ਇਸ ਸਮੇਂ ਦੇ ਕਨਸੈਪਟ ਨੂੰ ਇਦਾਂ ਹੀ ਹੋਕਾ ਦਿੰਦੇ ਦੱਸੇ। ਸਾਡੀ ਦੁਆ ਵੀ ਆ ਤੇ ਇਦਾਂ ਹੋਊਗਾ ਵੀ। ਮੈਨੂੰ ਤੁਹਾਡੀ ਸ਼ਾਇਰੀ ਤੇ ਵਿਸ਼ਵਾਸ ਆ। ਆਪਾਂ ਸਵਾਲ ਦੂਜੇ ਪਾਸੇ ਲੈ ਕੇ ਜਾਂਦੇ ਆ ਜੀ। ਜਿਸ ਤਰ੍ਹਾਂ ਗਜ਼ਲ ਸਕੂਲ ਚੱਲ ਰਹੇ ਆ ਬਹੁਤ ਜ਼ਿਆਦਾ, ਤੁਸੀਂ ਗਜ਼ਲ ਲਿਖਦੇ ਹੋ ਹੈਨਾ, ਤੇ ਕੁਝ 4-5 ਸਕੂਲ ਚੱਲ ਰਹੇ ਆ ਵੀ ਉਹਨੇ ਸਕੂਲ ਖੋਲਿਆ, ਵੱਧ ਤੋਂ ਵੱਧ ਉਹ ਪੱਗਾਂ ਲਈ ਜਾਂਦੇ ਆ, ਉਹ ਉਸਤਾਦ ਆਪਣੇ ਸ਼ਾਗਿਰਦ ਬਣਾਈ ਜਾਂਦੇ ਆ। ਉਹ ਉਸਤਾਦ 2-3 ਗਜ਼ਲ ਗੋ ਨੇ, ਉਹ ਕਹਿੰਦੇ ਵੀ ਮੈਂ ਉਹਦੇ ਤੋਂ ਵੱਧ ਸ਼ਾਗਿਰਦ ਬਣਾਦਾ। ਉਹ ਕਿਸੇ ਵੇਲੇ ਫੇਸਬੁੱਕ ਤੇ ਜਾਂ ਕਿਤੇ ਉਹਨਾਂ ਗਜ਼ਲ ਦੇ ਮਹਿਫਲ 'ਚ ਉਹ ਦੱਸਦੇ ਨੇ ਕਿ ਮੇਰੇ ਇੰਨੇ ਸ਼ਾਗਿਰਦ ਬਣ ਗਏ। ਪੱਗਾਂ ਲਈ ਜਾਂਦੇ ਆ ਤੇ ਪੈਰੀ ਹੱਥ ਲਵਾਈ ਜਾਂਦੇ। ਮੈਂ ਸਾਰਾ ਕੁਝ ਆਪਣੀ ਅੱਖੀ ਵੇਖਿਆ। ਤੇ ਜਿਵੇਂ ਸਹਿਜ ਸੁਭਾਵਾਂ ਸਿਖਾਂਦਰੂ ਹੁੰਦੇ, ਕਵੀ ਜਾਂਦਾ ਤੇ ਵਾਹ ਵਾਹ ਕਰਦੇ ਆ, ਉਹ ਸ਼ਾਇਰ ਨੂੰ ਉਹ ਮਾਰ ਦਿੰਦੇ। ਤੇ ਮੈਂ ਸਮਝਦਾ ਵਾਂ ਚੰਗੀ ਗਜ਼ਲ ਕਹਿਣ ਵਾਲੇ ਨੂੰ ਵੀ ਇਹ ਸ਼ਾਇਰ ਜਿਹੜੇ ਨੇ ਨਾ, ਉਸਤਾਦ ਗਜ਼ਲ ਕੋ, ਇਹ ਉਹਨਾਂ ਦਾ ਗਲਾ ਘੁੱਟ ਰਹੇ, ਉਹਨਾਂ ਨੂੰ ਮਾਰ ਹੀ ਰਹੇ ਆ। ਤੇ ਤੁਸੀਂ ਕਿਤੇ ਮਤਲਬ ਕਿਸੇ ਦੇ ਸ਼ਾਗਿਰਦ ਬਣੇ ਹੋ ਜਾਂ ਕਿਸੇ ਨੂੰ ਸ਼ਾਗਿਰਦ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤੇ ਸਾਰੇ ਵਰਤਾਰੇ ਤੇ ਖੁੱਲ ਕੇ ਬੋਲੋ ਤੁਸੀਂ ਅੱਜ। ਅੱਛਾ, ਹਾਂ, ਕਿਉਂਕਿ ਮੈਂ ਬੁਨਿਆਦੀ ਤੌਰ ਤੇ ਗਜ਼ਲ ਲਿਖਦਾ ਤਾਂ ਇਹਦੇ ਬਾਰੇ ਮੇਰੀ ਜਿਹੜੀ ਜ਼ਰੂਰ ਕੋਈ ਨਾ ਕੋਈ ਰਾਏ ਵੀ ਹੋਣੀ ਚਾਹੀਦੀ ਹੈ, ਟਿੱਪਣੀ ਇਹਦੇ ਬਾਰੇ ਮੇਰੀ ਹੋਣੀ ਚਾਹੀਦੀ ਹੈ। ਉਹ ਇਹ ਕਿ ਇੱਕ ਤਾਂ ਜਦੋਂ ਮੈਂ ਗਜ਼ਲਕਾਰੀ ਵੱਲ ਆਇਆ ਤੇ ਜਿਹੜੇ 2 ਸ਼ਾਇਰਾਂ ਦੇ ਅਚੇਤ ਪ੍ਰਭਾਵ ਅਧੀਨ ਮੈਂ ਆਇਆ, ਉਹ ਸੀ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ। ਇਹ ਦੋਨੋਂ ਉਸ ਸਮੇਂ ਗਜ਼ਲ ਲਿਖ ਰਹੇ ਸੀ ਤੇ ਇਸ ਕਰਕੇ ਮੇਰੇ ਕੋਲੋਂ ਸ਼ਾਇਦ ਜਿਹੜਾ ਕਵਿਤਾ ਦਾ ਜਨਰ ਹੈ, ਕਵਿਤਾ ਦਾ ਰੂਪ ਹੈ ਗਜ਼ਲ, ਉਹ ਇਸੇ ਹੀ ਅਚੇਤ ਪ੍ਰਭਾਵ ਅਧੀਨ ਹੀ ਚੁਣਿਆ ਗਿਆ। ਨਾ ਤਾਂ ਮੇਰੀ ਬਹੁਤ ਇਹਨੂੰ ਪਕੜਨ ਦੀ ਇੱਛਾ ਸੀ, ਇਸ ਰੂਪ ਨੂੰ ਸਮਝਣ ਦੀ, ਨਾ ਹੀ ਕੋਈ ਸਿਖਲਾਈ ਲੈਣ ਦੀ ਸੀ। ਇਤਫਾਕ ਨਾਲ ਜਿਹੜੇ ਮੇਰੀ ਪੀੜ੍ਹੀ ਦੇ ਚੰਗੇ ਸ਼ਾਇਰ ਨੇ, ਜਸਵਿੰਦਰ ਹੋਣ, ਬਰਜਿੰਦਰ ਚੌਹਾਨ ਹੋਣ, ਵਿਜੇ ਵਿਵੇਕ ਹੋਣ, ਉਸ ਤੋਂ ਬਾਅਦ ਵਾਲੇ ਜਗਵਿੰਦਰ ਜੋਧਾ ਹੋਣ, ਹੋਰ ਕਈ ਸਾਥੀ ਨੇ, ਤਾਂ ਉਹ ਜਿਹੜੇ ਸਾਰੇ ਦੇ ਸਾਰੇ ਲੋਕ ਨੇ, ਉਹ ਆਪਣੀ ਜਿਹੜੀ ਗਜ਼ਲ ਰਚਨਾ ਹੈ, ਉਹ ਗਜ਼ਲ ਦੀ ਪੜ੍ਹਤ ਵਿੱਚੋਂ ਹੀ ਉਹ ਇੱਕ ਤਰ੍ਹਾਂ ਪੈਦਾ ਹੋਏ। ਉਹਨਾਂ ਨੇ ਪੰਜਾਬੀ ਦੀਆਂ ਜਾਂ ਹੋਰ ਜ਼ੁਬਾਨਾਂ ਦੀਆਂ ਗਜ਼ਲਾਂ ਨੂੰ ਪੜ੍ਹਿਆ ਤੇ ਉਹਦਾ ਜਿਹੜਾ ਸੰਗੀਤ ਹੈ, ਉਹਦੀ ਬਹਿਰ ਹੈ, ਉਹਦਾ ਇੱਕ ਰੂਪ ਹੈ, ਬੰਦੇਜ ਹੈ, ਉਹਨੂੰ ਸਮਝਿਆ ਤੇ ਉਸ ਇੱਕ ਤਰ੍ਹਾਂ ਦੀ ਉਸ ਪ੍ਰੈਕਟਿਸ ਵਿੱਚੋਂ ਹੀ ਉਹ ਗਜ਼ਲਕਾਰੀ ਵੱਲ ਆਏ। ਮੈਨੂੰ ਕੋਈ ਬਾਕਾਇਦਾ ਤੌਰ ਤੇ ਕਿਸੇ ਨੂੰ ਉਸਤਾਦ ਧਾਰਨ ਦਾ ਮੌਕਾ ਨਹੀਂ ਮਿਲਿਆ, ਨਾ ਹੀ ਕੋਈ ਇੰਨੀ ਜ਼ਰੂਰਤ ਮਹਿਸੂਸ ਹੋਈ। ਤੇ ਦੂਜਾ ਇਹਦਾ ਮੈਂ ਕਾਰਨ ਇਹ ਵੀ ਸਮਝਦਾ ਕਿ ਮੈਨੂੰ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕੁਝ ਪਹਿਲਾਂ ਪਾਏ ਹੋਏ ਪੂਰਨਿਆਂ ਤੇ ਅੱਖਰ ਲਿਖਣ ਦੀ ਕੋਸ਼ਿਸ਼ ਕਰਦੇ ਹੋ, ਜਿਸ ਜ਼ਮਾਨੇ ਦੀ ਮੈਂ ਗੱਲ ਕਰਦਾ, ਸਾਡੇ ਜ਼ਮਾਨੇ 'ਚ ਫੱਟੀਆਂ ਹੁੰਦੀਆਂ ਸੀ, ਪੋਚੀਆਂ ਹੁੰਦੀਆਂ ਸੀ, ਉੱਪਰ ਤੁਸੀਂ ਪੈਨਸਿਲ ਨਾਲ ਕੋਈ ਤੁਹਾਨੂੰ ਪੂਰਨੇ ਪਾ ਦਿੰਦਾ ਸੀ, ਫਿਰ ਤੁਸੀਂ ਲਿਖਦੇ ਸੀ। ਉਹ ਸਾਰੀ ਉਮਰ ਨਹੀਂ ਅਸੀਂ ਪੂਰਨੇ ਤੇ ਲਿਖਣਾ ਹੁੰਦਾ, ਕੁਝ ਸਮਾਂ ਤੁਸੀਂ ਸਿਖਲਾਈ ਲੈਣੀ ਹੁੰਦੀ ਹੈ, ਉਸ ਤੋਂ ਬਾਅਦ ਤੁਸੀਂ ਆਪਣੇ ਅੱਖਰ ਆਪ ਬਣਾਉਣੇ ਹੁੰਦੇ ਆ। ਤੇ ਇਸ ਤਰ੍ਹਾਂ ਕੋਈ ਵੀ ਜਨਰ ਹੈ, ਚਾਹੇ ਉਹ ਗਜ਼ਲ ਹੈ, ਈਵਨ ਨਾਵਲਕਾਰੀ ਵੀ, ਉਹਦੇ ਅੰਦਰ ਤੁਸੀਂ ਉਹਦਾ ਇੱਕ ਬੰਦੇਜ, ਉਹਦਾ ਸਟਰਕਚਰ ਸਮਝਣਾ ਹੁੰਦਾ ਪਹਿਲਾਂ, ਚਾਹੇ ਉਹ ਆਪਣੇ ਅਨੁਭਵ ਚੋਂ ਸਿੱਖ ਲਓ, ਚਾਹੇ ਤੁਸੀਂ ਉਹਦੀ ਥਿਊਰੀ ਪੜ੍ਹ ਲਓ ਕਿਤੋਂ ਕਿਤੋਂ। ਉਸ ਤੋਂ ਬਾਅਦ ਤੁਸੀਂ ਉਹਦੇ ਅੰਦਰ ਆਪ ਤਜਰਬੇ ਕਰਨੇ ਹੁੰਦੇ, ਉਹਦੇ ਅੰਦਰ ਆਪ ਜਾਣਾ ਹੁੰਦਾ, ਉਹੀ ਚੀਜ਼ ਜਿਉਂਦੀ ਰਹਿ ਸਕਦੀ ਹੈ। ਜਿਹੜਾ ਤੁਹਾਡਾ ਸਵਾਲ ਦਾ ਇੱਕ ਮੈਨੂੰ ਲੱਗਿਆ ਕਿ ਇਹਦੇ ਅੰਦਰ ਇੱਕ ਤੁਹਾਨੂੰ ਇਹਦੇ ਨਾਲ ਰਿਜੈਂਟਮੈਂਟ ਹੈ, ਇਹਦੇ ਨਾਲ ਗੁੱਸਾ ਹੈ, ਉਹੀ ਹੈ ਕਿ ਉਹ ਉਸ ਜਿਹੜਾ ਰੂਪ ਹੈ ਗਜ਼ਲ ਦਾ, ਉਹਦੇ ਅੰਦਰ ਬਹੁਤ ਵੱਡਾ ਫੈਲਾਅ ਨਹੀਂ ਵਾਪਰਨ ਦੇ ਰਹੇ ਉਹ ਉਸ ਨੂੰ ਬੰਨ੍ਹ ਕੇ ਉੱਥੇ ਹੀ ਖਲੋਤਾ ਹੋਇਆ। ਇਸ ਤਰ੍ਹਾਂ ਹੁਣ ਜਿਹੜੀ ਨਵੀਂ ਗਜ਼ਲ ਹੈ, ਜਿਹਨੂੰ ਅਸੀਂ ਪੰਜਾਬੀ ਦੀ ਜਦੀਦ ਗਜ਼ਲ ਕਹਿੰਦੇ ਹਾਂ ਜਾਂ ਪੰਜਾਬੀ ਦੀ ਇੱਕ ਨਵੀਂ ਗਜ਼ਲ ਕਹਿੰਦੇ ਹਾਂ, ਉਹ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਮੁਕਤ ਹੈ। ਉਹਦੇ ਅੰਦਰ ਬਹੁਤ ਸਾਰਾ ਫੈਲਾਅ ਹੈ, ਉਹਦੇ ਅੰਦਰ ਬਹੁਤ ਸਾਰੀ ਗਹਿਰਾਈ ਵੀ ਹੈ, ਉਹ ਵਰਟੀਕਲ ਵੀ ਫੈਲ ਰਹੀ ਹੈ ਔਰ ਹੌਰੀਜ਼ੌਂਟਲੀ ਵੀ ਫੈਲ ਰਹੀ ਹੈ। ਮੈਨੂੰ ਕੁਦਰਤੀ ਇਤਫਾਕ ਨਾਲ ਇਹ ਗੁਰੂ ਚੇਲੇ ਵਾਲੀ ਜਿਹੜੀ ਪਰੰਪਰਾ ਹੈ, ਉਹਦੇ ਨਾਲ ਮੇਰਾ ਕੋਈ ਬਹੁਤ ਦਸਤ ਪੰਜਾ ਨਹੀਂ ਰਿਹਾ। ਮੈਂ ਇੱਕ ਗੱਲ ਵੀ ਬਹੁਤ ਇਹਦੇ ਲਿਹਾਜ਼ ਨਾਲ ਬਹੁਤ ਜ਼ਰੂਰੀ ਵੀ ਕਹਿਣੀ ਚਾਹੁੰਦਾ ਕਿ ਜਿਹੜਾ ਇੱਕ ਸਮਾਂ ਸੀ ਜਦੋਂ ਪੰਜਾਬੀ ਦੇ ਅੰਦਰ ਗਜ਼ਲ ਨੂੰ ਸਟੈਬਲਿਸ਼ ਕੀਤਾ ਗਿਆ, ਜਦੋਂ ਗਜ਼ਲ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਸੀ, ਤਾਂ ਉਦੋਂ ਚਾਹੇ ਉਹ ਦੀਪਕ ਜੈਤਾਈ ਹੋਣ, ਚਾਹੇ ਸਾਰੂ ਸਿੰਘ ਹਮਦਰਦ ਹੋਣ, ਚਾਹੇ ਪ੍ਰਿੰਸੀਪਲ ਤਖਤ ਸਿੰਘ ਹੋਣ, ਉਦੋਂ ਜਿਹੜੀ ਇਹਨਾਂ ਦੀ ਇੱਕ ਜਥੇਬੰਦਕ ਲੜਾਈ ਸੀ, ਉਹ ਬਹੁਤ ਜ਼ਰੂਰੀ ਵੀ ਸੀ। ਉਹਦੇ ਨਾਲ ਗਜ਼ਲ ਪੱਕੇ ਪੈਰੀ ਹੋਈ, ਉਹਦਾ ਹੀ ਫਿਰ ਬਣਾਈ ਹੋਈ ਜ਼ਮੀਨ ਉੱਤੇ ਹੀ ਸੁਰਜੀਤ ਪਾਤਰ ਜਾਂ ਜਗਤਾਰ ਵਰਗੇ ਕਵੀ, ਜਾਂ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਆਉਂਦੇ ਹਾਂ। ਜਿੱਦਾਂ ਉਹ ਗਜ਼ਲ ਸਕੂਲ ਚਲਾਏ ਜਾ ਰਹੇ ਆ, ਤੇ ਮੈਂ ਸਮਝਦਾ ਵੀ ਉਹ ਸ਼ਾਇਰੀ ਜਿਹੜੇ ਨਵੇਂ ਸਿੱਖਣ ਵਾਲੇ ਜਾਂ ਨਵੀਂ ਪ੍ਰਤਿਭਾ, ਉਹਨਾਂ ਨੂੰ ਮਾਰ ਰਹੇ ਆ। ਇਹਨਾਂ ਦੋਨਾਂ ਬਾਰੇ ਮਤਲਬ ਕੋਈ ਸੁਨੇਹਾ ਦਿਓ ਇਹਨਾਂ ਨੂੰ ਵੀ ਇਹ ਛੱਡ ਦੇਣ ਸਾਰਾ ਕੁਝ, ਮਤਲਬ
ਵੀ ਆਪਣੀ ਏਡੀ ਨਹੀਂ ਕੋਈ ਕਲਗੀ ਲੱਗ ਜਾਣੀ ਉਹਨਾਂ ਨੂੰ, ਕੋਈ ਮੈਂ ਮਤਲਬ ਇੱਕ ਆਪੇ ਜਵਾਬ ਦੇਈ ਜਾ ਰਿਹਾ ਵਾ, ਹਾਂ। ਮਤਲਬ ਇਹਦੇ ਬਾਰੇ ਕੋਈ ਮੈਸੇਜ ਦਿਓ ਮੈਂ ਤੁਸੀਂ। ਸਮਝ ਰਿਹਾ ਸੋਦਾ ਇਹ ਹੈ ਕਿ ਜਿਹੜੇ ਨਵੇਂ ਲੋਕ ਨੇ ਉਹਨਾਂ ਨੂੰ ਬਹੁਤ ਸਾਰੀ ਗਜ਼ਲ ਪੜ੍ਹਨੀ ਚਾਹੀਦੀ ਹੈ, ਜਾਂ ਉਹ ਜੇ ਕਹਾਣੀ ਲਿਖਣਾ ਚਾਹੁੰਦੇ ਉਹਨਾਂ ਨੂੰ ਬਹੁਤ ਸਾਰੀ ਕਹਾਣੀ ਪੜ੍ਹਨੀ ਚਾਹੀਦੀ ਹੈ। ਕਹਾਣੀ ਦੇ ਸਿਧਾਂਤ ਜਾਂ ਕਹਾਣੀ ਦੀ ਥਿਊਰੀ ਬਾਅਦ ਵਿੱਚ ਕੋਈ ਵੀ ਬੰਦਾ ਸਿਧਾਂਤ ਪੜ੍ਹ ਕੇ ਉਸ ਤਰ੍ਹਾਂ ਦਾ ਨਹੀਂ ਹੋ ਸਕਦਾ। ਤੁਸੀਂ ਰਾਜਨੀਤੀ ਸ਼ਾਸਤਰ ਦੇ ਵਿੱਚ ਐਮਏ ਕੀਤਾ ਹੋਇਆ ਜ਼ਰੂਰੀ ਨਹੀਂ ਤੁਸੀਂ ਬਹੁਤ ਅੱਛੇ ਰਾਜਨੀਤੀਵੇਤਾ ਹੋ। ਇਹ ਤੁਹਾਡੇ ਸਾਰੇ ਅਨੁਭਵ ਵਿੱਚੋਂ ਅਸਲ ਮਸਲਾ ਕੀ ਵਿਸ਼ਾਲ ਜੀ, ਚੀਜ਼ਾਂ ਨੂੰ ਆਪਣੇ ਨਾਲ ਆਤਮਸਾਤ ਕਰਨ ਦਾ, ਆਪਣੇ ਅੰਦਰ ਜਜ਼ਬ ਕਰਨ ਦਾ, ਤੇ ਉਹਨੂੰ ਕਿਉਂਕਿ ਜਿਹੜੀ ਆਰਟ ਹੈ ਉਹ ਬਾਹਰੋਂ ਲਈਆਂ ਹੋਈਆਂ ਚੀਜ਼ਾਂ ਨੂੰ ਜਜ਼ਬ ਕਰਕੇ ਉਹਨਾਂ ਨੂੰ ਰੀਕ੍ਰੀਏਟ ਕਰਨ ਦਾ ਇੱਕ ਪ੍ਰੋਸੈਸ ਹੈ। ਉਹ ਦੁਬਾਰਾ ਆਪਣਾ ਰੂਪ ਬਦਲ ਕੇ ਚੀਜ਼ਾਂ ਸਾਹਮਣੇ ਆਉਂਦੀਆਂ। ਤਾਂ ਜਿੰਨੀ ਦੇਰ ਤੱਕ ਤੁਸੀਂ ਇਹ ਚੀਜ਼ਾਂ ਨੂੰ ਅੰਗੀਕਾਰ ਕਰਕੇ ਆਪਣੇ ਉੱਤੇ ਲੈ ਕੇ ਉਸ ਆਪਣੇ ਅਨੁਭਵ ਵਿੱਚੋਂ ਨਹੀਂ ਲਿਖੋਗੇ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਬਹੁਤ ਹਲਕੀਆਂ ਨਜ਼ਰ ਆਉਣਗੀਆਂ। ਮੇਰਾ ਖਿਆਲ ਆ ਵੀ ਜਿਹੜੀ ਤੁਹਾਡੀ ਲਿਖਾਈ ਆ ਗਜ਼ਲ ਜਦੋਂ ਤੁਸੀਂ ਲਿਖਦੇ ਆ, ਮੈਂ ਕਿਤੇ ਉਹ ਦੇਖੀ ਵੀ ਆ, ਲਿਪੀ ਕਿੰਨੀ ਖੂਬਸੂਰਤ ਹੈ, ਤੇ ਉਹਦੇ ਬਾਰੇ ਮਤਲਬ ਮੈਂ ਸੁਣਿਆ ਸੀ ਕਿਤੇ ਫੌਂਟ ਵੀ ਬਣੇ ਆ। ਹਾਂ ਉਹ ਫੌਂਟ ਬਣਿਆ। ਹਾਂ ਉਹਦੇ ਬਾਰੇ ਵੀ ਥੋੜਾ ਜਿਹਾ। ਉਹ ਕੋਈ ਨੌਜਵਾਨ ਦੋਸਤ ਸੀਗੇ ਮੇਰੇ ਕੋਲ, ਜਰਮਨੀ ਵਸਦੇ ਸੀ, ਤੇ ਪੰਜਾਬੀ ਸੋਰਸ ਵਾਲੇ ਸੱਜਣ ਨੇ, ਮੈਨੂੰ ਹੁਣ ਭੁੱਲ ਵੀ ਗਿਆ, ਕੋਈ 5-6 ਸਾਲ ਪੁਰਾਣੀ ਗੱਲ ਹੈ। ਉਹਨਾਂ ਨੇ ਫਿਰ ਮੇਰੀ ਉਹ ਜਿਹੜੀ ਇੱਕ ਗਜ਼ਲ ਦੀ ਮੈਂ ਜਿਹੜਾ ਪੈਨ ਨਾਲ ਲਿਖ ਕੇ ਪਾਈ ਸੀ ਕਿਸੇ ਜਗ੍ਹਾ ਤੇ, ਸ਼ਾਇਦ ਸੋਸ਼ਲ ਮੀਡੀਆ ਤੇ, ਉੱਥੋਂ ਉਹਨਾਂ ਨੇ ਲੈ ਕੇ ਉਹ ਸਾਰੇ ਉਹਨਾਂ ਨੇ ਅੱਖਰ ਬਣਾਏ, ਤਾਂ ਮੇਰੇ ਨਾਲ ਥੋੜੀ ਸਲਾਹ ਵੀ ਕੀਤੀ। 1-2 ਅੱਖਰਾਂ ਦੇ ਅੰਦਰ ਥੋੜੀ ਜੀ ਸੀ ਤਰੁਟੀ ਸੀ, ਫਿਰ ਉਹਨਾਂ ਨੂੰ ਦੱਸਿਆ ਕਿ ਇਹਨੂੰ ਮੈਂ ਜ਼ਰਾ ਹੋਰ ਇਹਦਾ ਜਿਹੜਾ ਲੂਪ ਹੈ ਖੋਲੋ ਜਾਂ ਇਸ ਤਰ੍ਹਾਂ ਕਰੋ। ਉਹ ਫਿਰ ਬਾਅਦ 'ਚ ਉਹਨਾਂ ਨੇ ਕੋਹਾਰ ਵਾਲਾ ਫੌਂਟ ਦੇ ਨਾਂ ਤੇ ਉਹਨੂੰ ਯੂਨੀਕੋਡ ਦੇ ਅੰਦਰ ਕਾਫੀ ਫੌਂਟ ਚੱਲਦਾ ਉਹਦੇ 'ਚ, ਲੋਕ ਮਤਲਬ ਈਵਨ ਕਈ ਕਿਤਾਬਾਂ ਵੀ ਉਹਦੇ ਅੰਦਰ ਆ ਗਈਆਂ ਤੇ ਦੇਖਣ ਨੂੰ ਚੰਗਾ ਲੱਗਦਾ। ਗੁਰਤੇਜ ਜੀ, ਮਤਲਬ ਜਿੱਦਾਂ ਹੁਣ ਤੁਸੀਂ ਪਿੱਛੇ ਜੇ ਆਪਣਾ ਸੇਵਾ ਮੁਕਤ ਵੀ ਹੋ ਗਏ ਆਪਣੀ ਪ੍ਰੋਫੈਸਰ ਦੀ ਜੌਬ ਤੋਂ, ਮੈਂ ਸਮਝਦਾ ਬੜਾ ਕੁਝ ਪਾਇਆ ਤੁਸੀਂ, ਸਾਰਾ ਕੁਝ ਤੁਹਾਨੂੰ ਸ਼ਾਇਰੀ ਨੇ ਬਹੁਤ ਮੋਹ ਦਿੱਤਾ। ਕੋਈ ਕਿਤੇ ਇੱਛਾ ਬਚਦੀ ਹੋਵੇ ਕੁਝ ਕਰਨ ਦੀ, ਪ੍ਰਾਪਤ ਕਰਨ ਦੀ? ਕੋਈ ਜਿਹੜਾ ਪ੍ਰਾਪਤੀ ਵਾਲਾ ਹੈਗਾ ਮਸਲਾ, ਉਹ ਮੇਰੇ ਜਿਹੜਾ ਬਾਈ ਡਿਫਾਲਟ ਮੇਰੇ ਅੰਦਰ ਇੱਕ ਤਰ੍ਹਾਂ ਦਾ ਬੰਦਾ ਹੈ, ਉਹ ਇਸ ਚੀਜ਼ ਨੂੰ ਬਹੁਤ ਲੈਂਦਾ ਨਹੀਂ, ਉਹ ਨਹੀਂ ਲੈਂਦਾ। ਮੈਂ ਆਮ ਤੌਰ ਤੇ ਜ਼ਿੰਦਗੀ 'ਚ ਤਕਰੀਬਨ ਸ਼ੁਕਰਾਨੇ ਨਾਲ ਹੀ ਭਰਿਆ ਹੁੰਦਾ ਕਿ ਜਿੰਨਾ ਕੁਝ ਤੁਹਾਨੂੰ ਹਾਸਲ ਹੋਇਆ, ਜਿੰਨਾ ਕੁਝ ਤੁਸੀਂ ਕਰ ਸਕੇ, ਉਹ ਸਾਰਾ ਕੁਝ ਬਹੁਤ ਵਧੀਆ। ਜਿੰਨੀਆਂ ਅੱਗੇ ਪੋਸੀਬਿਲਿਟੀ ਬਚੀਆਂ ਹੋਈਆਂ ਉਹ ਅੱਗੇ ਹੁੰਦੀਆਂ ਰਹਿਣਗੀਆਂ। ਤਾਂ ਇਸ ਤਰ੍ਹਾਂ ਦੀ ਕੋਈ ਤਮੰਨਾ, ਕੋਈ ਕਿਸੇ ਅਸਮਾਨ ਨੂੰ ਛੂਹਣ ਦੀ ਚਾਹਤ, ਕੋਈ ਇੱਛਾ, ਇਸ ਤਰ੍ਹਾਂ ਦੀ ਕੋਈ ਚੀਜ਼ ਮੈਨੂੰ ਮਤਲਬ ਜ਼ਾਹਰਾ ਤੌਰ ਤੇ ਤਾਂ ਨਹੀਂ ਨਜ਼ਰ ਆਉਂਦੀ। ਹੋ ਸਕਦਾ ਚੇਤ ਤੌਰ ਤੇ ਮੇਰੇ ਅੰਦਰ ਕੁਝ ਨਾ ਕੁਝ ਇਸ ਤਰ੍ਹਾਂ ਦਾ ਪਿਆ ਵੀ ਹੋਵੇ। ਗੁਰਤੇਜ ਜੀ, ਜਿਸ ਤਰ੍ਹਾਂ ਆਪਾਂ ਨਾਮਾਂ ਸਨਮਾਨਾਂ ਦੀ ਗੱਲ ਕਰ ਲਈਏ ਪੰਜਾਬੀ ਸਾਹਿਤ ਦੇ ਵਿੱਚ, ਤੈਨੂੰ ਹੋਰ ਭਾਸ਼ਾ 'ਚ ਤਾਂ ਨਹੀਂ ਇਦਾਂ ਲੱਗਦਾ, ਪੰਜਾਬੀ 'ਚ ਜ਼ਿਆਦਾ ਖਿੱਚ ਹੁੰਦੀ ਆ। ਆਪਣੇ ਜਿਹੜੇ ਇਨਾਮ ਦੇਣ ਵਾਲੇ ਆ, ਇਨਾਮ ਲੈਣ ਵਾਲੇ ਆ, ਕਿੱਦਾਂ ਆਪਣਾ ਵਾਹ ਰਹਿੰਦਾ? ਆਪਾਂ ਸਾਰਾ ਕੁਝ ਜਾਣਦੇ ਆ, ਕਿੱਦਾਂ ਇਨਾਮ ਲੈਣ ਵਾਸਤੇ ਲਿਲਕੜੀਆਂ ਕੱਢਦੇ ਆ। ਹੁਣ ਪਿੱਛੇ ਜੇ 2-4 ਦਿਨ ਪਹਿਲਾਂ ਦੀ ਗੱਲ ਆ, ਢਾਹਾਂ ਕਲੇਰਾਂ ਜਿਹੜਾ ਇਨਾਮ ਦਿੱਤਾ ਜਾਂਦਾ, ਵੱਡਾ ਇਨਾਮ ਦਿੱਤਾ ਜਾਂਦਾ। ਮੈਂ ਸਮਝਦਾ ਵੀ ਇਦਾਂ ਦਾ ਕੰਮ ਨਹੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕਰਨਾ ਚਾਹੀਦਾ। ਲੇਖਕ ਮਤਲਬ ਗਲਤ ਕੀ ਹੋਇਆ? ਮਤਲਬ ਲੇਖਕ ਤਾਂ ਲੇਖਕ ਹੋਇਆ ਨਾ, ਹਨਾ? ਤੇ ਉਹ ਜਿਹਨੂੰ ਦਿੰਦੇ ਆ, ਲੇਖਕ ਉਹ ਕਵਿਤਾ ਲਿਖਦਾ, ਕਹਾਣੀ ਨੂੰ ਮੇਰਾ ਖਿਆਲ ਉਹ ਦਿੰਦੇ ਆ, ਤੇ ਇਹੋ ਜਿਹੀਆਂ ਚੁਰਾਂ ਛੇੜਨ ਬਾਰੇ ਨਹੀਂ ਹੋਣਾ ਚਾਹੀਦਾ ਸਾਰਾ ਕੁਝ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਮੇਰੀ ਬਹੁਤ ਇੱਕ ਤਰ੍ਹਾਂ ਇਹਦੇ ਬਾਰੇ ਸਪਸ਼ਟ ਹੈ ਰਾਏ। ਇਨਾਮਾਂ ਸਨਮਾਨਾਂ ਦੀ ਜਿਹੜੀ ਪ੍ਰਕਿਰਿਆ ਜਾਂ ਇਹਦੀ ਰਾਜਨੀਤੀ ਹੈ ਕਿ ਲਿਖਣ ਵਾਲੇ ਨੂੰ, ਕਲਾਕਾਰ ਨੂੰ, ਆਰਟਿਸਟ ਨੂੰ ਆਪਣਾ ਕੰਮ ਕਰਦੇ ਜਾਣਾ ਚਾਹੀਦਾ ਹੁੰਦਾ। ਔਰ ਜਿੱਥੋਂ ਤੱਕ ਸਾਡੇ ਪੰਜਾਬੀ ਜਗਤ ਦੇ ਇਨਾਮਾਂ ਕੁਨਾਮਾਂ ਦਾ ਹਿਸਾਬ ਹੈ, ਆਪਾਂ ਦੇਖਿਆ ਕਿ ਬਹੁਤ ਵਾਰੀ ਉਹ ਬਹੁਤ ਲੈਣ ਵਾਲੇ ਲਈ, ਇਨਾਮ ਲੈਣ ਵਾਲੇ ਸ਼ਰਮਿੰਦਗੀ ਦਾ ਕਾਰਨ ਬਣੇ। ਸਾਰਾ ਪੰਜਾਬੀ ਲੇਖਕ ਜਗਤ ਉੱਤੇ ਸ਼ਰਮਿੰਦਾ ਹੋਇਆ ਹੀ ਹੋਇਆ। ਇਹ ਫਿਰ ਸਥਿਤੀ ਹੈ ਕਿ ਇਹਦਾ ਸਥਿਤੀ ਦਾ ਵਿਅੰਗ ਹੈ ਕਿ ਤੁਸੀਂ ਕਿਸੇ ਸਨਮਾਨ ਦੀ ਕੀਮਤ ਜਦੋਂ ਇੰਨੀ ਨੀਵੀਂ ਲਿਆਓ ਤਾਂ ਫਿਰ ਉਹ ਇਸ ਤਰ੍ਹਾਂ ਦਾ ਉਹਦਾ ਰੁਤਬਾ ਬਣ ਜਾਏ ਕਿ ਕੋਈ ਉਸ ਸਨਮਾਨ ਦੇ ਨੇੜੇ ਉਸ ਤੋਂ ਸਭ ਲੋਕ ਭੱਜਣਾ ਸ਼ੁਰੂ ਕਰ ਦੇਣ। ਜਿਵੇਂ ਮਤਲਬ ਵੈਸਟ ਵਿੱਚ ਸਾਰਤਰ ਨੇ ਨੋਬਲ ਪੁਰਸਕਾਰ ਨੂੰ ਆਲੂਆਂ ਦੀ ਬੋਰੀ ਕਹਿ ਦਿੱਤਾ ਸੀ ਕਿ ਮੇਰੇ ਲਈ ਇੰਨੀ ਕੀਮਤ ਹੈ, ਮੈਨੂੰ ਇਹ ਨਹੀਂ ਚਾਹੀਦਾ। ਜਿਹੜੇ ਵੀ ਸਾਡੇ ਲਿਬਰੇਟਡ ਲੇਖਕ ਨੇ ਉਹ ਤਾਂ ਬਿਲਕੁਲ ਇਸ ਤਰ੍ਹਾਂ ਹੀ ਸੋਚਦੇ ਆ, ਪਰ ਹਰ ਇੱਕ ਬੰਦਾ ਆਪਣੀ ਵਿਅਕਤੀਗਤ ਉਹਦੀ ਆਕਾਂਖਿਆ ਹੁੰਦੀ ਹੈ। ਬਹੁਤ ਸਾਰੇ ਸ਼ਾਇਦ ਦੋਸਤ ਇਨਾਮਾਂ ਸਨਮਾਨਾਂ ਦੇ ਮਗਰ ਦੌੜਦੇ ਵੀ ਹੋਣ, ਉਹਨੂੰ ਹਾਸਲ ਵੀ ਕਰਦੇ ਹੋਣ, ਉਹਦੇ ਨਾਲ ਉਹ ਕਿੰਨਾ ਉੱਚਾ ਜਾਂ ਨੀਵਾਂ ਮਹਿਸੂਸ ਕਰਦੇ ਆ ਉਹ ਜਾਣਦੇ ਹੋਣਗੇ। ਗੁਰਤੇਜ ਜੀ, ਆਪਾਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਪੰਜਾਬੀ ਸਾਹਿਤ ਬਾਰੇ,
ਜ਼ਿੰਦਗੀ ਬਾਰੇ। ਜੀ। ਤੁਸੀਂ ਆਪਣੇ ਪਰਿਵਾਰ ਬਾਰੇ ਕੁਝ ਕਹਿਣਾ ਚਾਹੋਗੇ? ਕਿਵੇਂ ਉਹਨਾਂ ਦਾ ਸਾਥ ਮਿਲ ਰਿਹਾ, ਬੱਚਿਆਂ ਬਾਰੇ ਜਿਸ ਤਰ੍ਹਾਂ ਵੀ ਕੋਈ ਗੱਲਬਾਤ? ਮੇਰੇ ਪਰਿਵਾਰ ਵਿੱਚ ਮੇਰੇ ਪਿਤਾ ਜੀ ਨੇ ਜਿਹੜੇ ਖੁਦ ਸ਼ਾਇਰੀ ਕਰਦੇ ਨੇ, ਹਾਂ। ਹਰਮਿੰਦਰ ਸਿੰਘ ਕੁਹਾਰਵਾਲਾ। ਹਾਂ। ਹਾਲਾਂਕਿ ਜਿਹੜੀ ਉਹਨਾਂ ਦੀ ਸ਼ਾਇਰੀ ਉਹ ਉਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਹੀ ਤਕਰੀਬਨ 1999 ਤੋਂ ਬਾਅਦ ਹੀ ਜ਼ਿਆਦਾ ਸਾਹਮਣੇ ਆਉਂਦੀ ਹੈ, ਤਾਂ ਕੁਦਰਤੀ ਹੈ। ਉਹਨਾਂ ਦਾ ਫਿਰ ਸਾਹਿਤ ਨਾਲ ਸੰਬੰਧ ਹੈ। ਮੇਰੇ ਵਾਈਫ ਨੇ ਸੁਰਿੰਦਰਪਾਲ ਕੌਰ, ਉਹ ਪ੍ਰਿੰਸੀਪਲ ਨੇ ਸਰਕਾਰੀ ਸਕੂਲ ਦੇ ਅੰਦਰ। ਬੇਸ਼ੱਕ ਸਾਇੰਸ ਦੀ ਉਹਨਾਂ ਦੀ ਬੈਕਗ੍ਰਾਉਂਡ ਹੈ, ਪਰ ਉਹਨਾਂ ਨੇ ਦੀ ਲਿਟਰੇਚਰ ਵਿੱਚ ਦਿਲਚਸਪੀ ਕਾਫੀ ਹੈ। ਉਹਨਾਂ ਨੇ 2-3 ਕਿਤਾਬਾਂ ਟਰਾਂਸਲੇਟ ਕੀਤੀਆਂ ਨੇ ਪੰਜਾਬੀ ਦੇ ਅੰਦਰ, ਜਿਹੜੀਆਂ ਖਾਸ ਤੌਰ ਤੇ ਫਿਕਸ਼ਨ ਦੀਆਂ ਨੇ ਜਾਂ ਸਵੈ-ਜੀਵਨੀਆਂ ਨੇ। ਤਾਂ ਮੈਂ ਆਮ ਤੌਰ ਤੇ ਜਦੋਂ ਕੋਈ ਨਵਾਂ ਕੁਝ ਲਿਖਦਾ, ਮੈਂ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਉਹ ਚੀਜ਼ ਸੁਣਾਉਣਾ। ਤਾਂ ਇਸ ਤਰ੍ਹਾਂ ਮਤਲਬ ਜਿਹੜਾ ਪਰਿਵਾਰ ਦੀ ਇੱਕ ਵਾਬਸਤਗੀ ਹੈ ਉਹ ਅੱਛੀ ਬਣਦੀ ਹੈ। ਬੱਚੇ ਵੀ ਇਹਨਾਂ ਚੀਜ਼ਾਂ ਨੂੰ ਐਪਰੀਸ਼ੀਏਟ ਕਰਦੇ, ਪਰ ਉਹਨਾਂ ਦੀਆਂ ਪੜ੍ਹਾਈਆਂ ਲਿਖਾਈਆਂ ਦੇ ਆਪਣੇ ਮਾਮਲੇ ਨੇ। ਫਿਲਹਾਲ ਕੋਈ ਬਹੁਤ ਜੇ ਉਹਨਾਂ ਦਾ ਇਹਦੇ ਵਿੱਚ ਦਿਲਚਸਪੀ ਜਾਂ ਮੇਰੇ ਲਿਖੇ ਵਿੱਚ ਦਿਲਚਸਪੀ ਮੈਨੂੰ ਬਹੁਤੀ ਸਾਹਮਣੇ ਨਹੀਂ ਆਈ, ਪਰ ਫਿਰ ਵੀ ਕਦੇ ਕਦੇ ਉਹਨਾਂ ਦਾ ਹੁੰਗਾਰਾ ਮਿਲ ਜਾਂਦਾ। ਮੇਰੇ ਕੋਲ ਕੋਈ ਗੱਲ ਰਹਿ ਗਈ ਹੋਵੇ? ਨਹੀਂ, ਤੁਸੀਂ ਤਕਰੀਬਨ ਸਾਰੀਆਂ ਗੱਲਾਂ ਕਰ ਲਈਆਂ ਨੇ ਜਿਹੜੀਆਂ ਵੀ ਇੱਕ ਚੰਗੀ ਇੰਟਰਵਿਊ ਦੇ ਅੰਦਰ ਜਾਂ ਚੰਗੀ ਗੱਲਬਾਤ ਦੇ ਅੰਦਰ ਹੋਣੀਆਂ ਚਾਹੀਦੀਆਂ ਸੀ। ਤਾਂ ਸਿਰਫ ਆਖਰੀ ਗੱਲ ਜਿਹੜੀ, ਜਾਂ ਇੱਕ ਲੇਖ ਜਿਹੜਾ, ਜਾਂ ਮੈਂ ਇੱਕ ਕਵੀ ਦੇ ਤੌਰ ਤੇ ਆਪਣੀ ਕਵਿਤਾ ਰਾਹੀਂ ਵੀ ਜਿਹੜਾ ਸੁਨੇਹਾ ਦਿੰਦਾ ਕਿ ਉਹ ਹੈ ਕਿ ਆਪਣੇ ਅੰਦਰਲੇ ਬੰਦੇ ਨੂੰ ਬਚਾਈ ਰੱਖਣ ਲਈ ਕਵਿਤਾ ਜਾਂ ਕਲਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਨੂੰ ਅੰਦਰੋਂ ਸ਼ਾਨਦਾਰ ਬੰਦੇ ਹੋਣ ਦਾ ਜਿਹੜਾ ਗੌਰਵ ਹੈ ਉਹ ਪ੍ਰਾਪਤ ਕਰਨ ਲਈ ਕਵਿਤਾ ਦਾ ਸ਼ਬਦ ਜਾਂ ਭਾਸ਼ਾ ਇਹਦੇ ਨਾਲ ਹੋਣਾ ਚਾਹੀਦਾ। ਔਰ ਅਸੀਂ ਕਿਉਂਕਿ ਪੰਜਾਬ ਦੀ ਧਰਤੀ ਤੇ ਰਹਿੰਦੇ ਹਾਂ, ਪੰਜਾਬ ਦੀ ਜ਼ੁਬਾਨ ਨਾਲ ਸੰਬੰਧ ਰੱਖਦੇ ਹਾਂ, ਤਾਂ ਸਾਨੂੰ ਚੰਗੇ ਪੰਜਾਬੀ ਸਮਾਜ ਦੀ ਸਿਰਜਣਾ ਲਈ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੁੜੇ ਰਹਿਣਾ ਚਾਹੀਦਾ। ਜਿਹੜੇ ਵੀ ਕੁਝ ਨੇ ਸਾਡੀਆਂ ਵਿਹਾਰ ਦੇ ਅੰਦਰ, ਸਾਡੇ ਅੰਦਰ, ਉਹ ਸਾਨੂੰ ਹੌਲੀ ਹੌਲੀ ਛੱਡਣੇ ਚਾਹੀਦੇ। ਗੁਰਤੇਜ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਤੁਸੀਂ ਮਨਦੀਪ ਕੌਰ ਸਿੱਧੂ ਦੇ ਸਟੂਡੀਓ 'ਚ ਆਏ ਜੀ। ਅੰਬਰਾਂ ਦੇ ਸਰਨਾਵੇ ਪ੍ਰੋਗਰਾਮ 'ਚ। ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਕੁਝ ਗੱਲਾਂ ਨੂੰ ਨਵੇਂ ਸਿਰੇ ਤੋਂ ਨਵੇਂ ਤਰੀਕੇ ਨਾਲ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਦੋਸਤੋ ਗੁਰਤੇਜ ਕੁਹਾਰਵਾਲਾ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ। ਸਾਡੇ ਦਰਸ਼ਕਾਂ ਨਾਲ, ਪਾਠਕਾਂ ਨਾਲ ਇਹਨਾਂ ਨੂੰ ਰੂਬਰੂ ਕੀਤਾ, ਇਹਨਾਂ ਦੀਆਂ ਨਵੀਆਂ ਗੱਲਾਂ ਜਾਣੀਆਂ। ਅਗਲੇ ਐਪੀਸੋਡ 'ਚ ਕਿਸੇ ਹੋਰ ਮੁਹੱਬਤੀ ਸ਼ਾਇਰ ਨਾਲ, ਪਰਸਨੈਲਿਟੀ ਨਾਲ ਫਿਰ ਮਿਲਾਂਗੇ। ਉਦੋਂ ਤੱਕ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।